You are listening to the online streaming service from Emmanuel Church, Handsworth, Birmingham, UK. ਓਕੇ ਆਓ ਅਸੀਂ ਮੀਟਿੰਗ ਜੋ ਸ਼ੁਰੂ ਹੋ ਰਹੀ ਆ ਇਮੈਨੂਅਲ ਚਰਚ ਜੋ ਬਰਮਿੰਘਮ ਹੈਂਡਸਵਰਥ ਵਿੱਚ ਆ ਆਨਲਾਈਨ ਸਰਵਿਸ ਔਰ ਇਹਦੇ ਵਿੱਚ ਜੋ ਵੀ ਸ਼ਾਮਲ ਹੋ ਰਹੇ ਆ ਭੈਣ ਭਾਈ ਚਰਚ ਵਿੱਚੋਂ ਜਾਂ ਕੋਈ ਬਾਹਰਲੇ ਮੁਲਕ ਵਿੱਚੋਂ ਜਾਂ ਪਹਿਲੀ ਵਾਰੀ ਖਾਸ ਕਰਕੇ ਅਗਰ ਕੋਈ ਇਹਦੇ ਵਿੱਚ ਸ਼ਾਮਲ ਹੋ ਰਿਹਾ ਤਾਂ ਅਸੀਂ ਉਹਨੂੰ ਬਹੁਤ ਜੀ ਆਖਦੇ ਹਾਂ ਨਿੱਘਾ ਸਵਾਗਤ ਕਰਦੇ ਹਾਂ ਔਰ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਿ ਤੁਹਾਨੂੰ ਪ੍ਰਭੂ ਆਸ਼ੀਸ਼ ਤੇ ਬਰਕਤ ਦੇਵੇ। ਅਸੀਂ ਸ਼ੁਰੂ ਦੇ ਵਿੱਚ ਇੱਕ ਐਤ ਪੜ੍ਹਦੇ ਹਾਂ ਪ੍ਰਭੂ ਦੇ ਬਚਨਾਂ ਦੇ ਵਿੱਚੋਂ ਔਰ ਇਹ ਐਤ ਲਈ ਗਈ ਆ ਜ਼ਬੂਰ 33 ਉਹਦੀ 12 ਐਤ ਤੇ ਲਿਖਿਆ, ਧੰਨ ਉਹ ਮਨੁੱਖ ਜਿਹਦਾ ਪਰਮੇਸ਼ਰ ਯਹੋਵਾ ਹੈ, ਉਹ ਪਰਜਾ ਜਿਹਨੂੰ ਉਹਨੇ ਆਪਣੇ ਵਿਰਸੇ ਲਈ ਚੁਣ ਲਿਆ ਹੈ। ਮਸੀਹੀ ਭੈਣਾਂ ਨੂੰ ਔਰ ਆਪਣੇ ਆਪ ਨੂੰ ਇਹ ਕਹਿਣਾ ਚਾਹੁੰਦਾ ਕਿ ਬਹੁਤ ਆਸਾਨੀ ਦੇ ਨਾਲ ਇੱਦਾਂ ਦੀ ਜਿਹੜੀ ਐਤ ਆ ਬਹੁਤ ਡੂੰਘੀ ਹੈ ਤਾਂ ਅਸੀਂ ਆਸਾਨੀ ਦੇ ਨਾਲ ਪੜ੍ਹ ਲੈਂਦੇ ਹਾਂ, ਉੱਤੋਂ ਦੀ ਲੰਘ ਜਾਂਦੇ ਹਾਂ। ਪਰ ਇੱਥੇ ਲਿਖਿਆ ਕਿ ਧੰਨ ਉਹ ਕੌਮ ਜਿਹਨੂੰ ਪਰਮੇਸ਼ਰ ਨੇ ਆਪਣੇ ਵਿਰਸੇ ਆਪਣੇ ਵਾਸਤੇ ਚੁਣ ਲਿਆ। ਔਰ ਕਿਸ ਤਰ੍ਹਾਂ ਉਹਨੇ ਚੁਣਿਆ? ਜਿਹੜੇ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਕਰਕੇ ਉਹਨੂੰ ਮੁਕਤੀ ਦਾਤਾ ਕਰਕੇ ਮੰਨ ਲੈਂਦੇ ਆ, ਉਹ ਉਹਦੀ ਕੌਮ ਕਹਿਲਾਉਂਦੇ ਆ ਔਰ ਉਹ ਉਹਨਾਂ ਦਾ ਪਰਮੇਸ਼ਰ ਬਣ ਜਾਂਦਾ ਆ। ਔਰ ਇਹ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਿ ਅੱਜ ਅਗਰ ਕਿਸੇ ਨੇ ਤਜਰਬਾ ਨਹੀਂ ਕੀਤਾ ਜਾਂ ਉਹਦੀ ਕੌਮ ਦੇ ਹਿੱਸਾ ਨਹੀਂ ਹੈਗੇ ਤਾਂ ਪ੍ਰਭੂ ਤੁਹਾਨੂੰ ਵੀ ਇਸ ਜਿੰਦਾ ਪਰਮੇਸ਼ਰ ਦਾ ਤਜਰਬਾ ਕਰਾਵੇ ਔਰ ਤੁਸੀਂ ਵੀ ਉਹਦੀ ਕੌਮ ਉਹਦੀ ਮਿਰਾਸ ਦਾ ਹਿੱਸਾ ਬਣ ਜਾਓ। ਹੁਣ ਅਸੀਂ ਪਹਿਲਾ ਗੀਤ ਜੋ ਅੱਜ ਪ੍ਰਭੂ ਦੀ ਮਹਿਮਾ ਵਾਸਤੇ ਸਾਰੇ ਰਲ ਕੇ ਗਾਉਣਾ, ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਜੋ ਸਕਰੀਨ 'ਤੇ ਆਊਗਾ। ਅਸੀਂ ਹੁਣ ਪ੍ਰਾਰਥਨਾ ਵਿੱਚ ਪ੍ਰਭੂ ਦੇ ਅੱਗੇ ਆਈਏ।
ਸਵਰਗੀ ਪਿਤਾ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ। ਸੱਚਮੁੱਚ ਤੁਸੀਂ ਪ੍ਰਭੂ ਜੀ ਦਇਆ ਜਿਨ੍ਹਾਂ 'ਤੇ ਕਰਦੇ ਆ ਔਰ ਜਿਨ੍ਹਾਂ ਨੂੰ ਆਪਣੀ ਕੌਮ, ਆਪਣੇ ਲੋਕ ਬਣਾਉਂਦੇ ਆ, ਕਿਉਂਕਿ ਤੁਸੀਂ ਪਿਆਰ ਕੀਤਾ ਆਪਣੇ ਪੁੱਤਰ ਦੁਆਰਾ। ਔਰ ਅਸੀਂ ਜੋ ਗਿਫਟ ਦਿੰਦੇ ਆ ਵਿਸ਼ਵਾਸ ਕਰਨ ਦਾ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਹਾਂ। ਔਰ ਖਾਸ ਕਰ ਜੋ ਪਿਛਲੇ ਸਾਲ ਜਿੱਥੇ ਅਸੀਂ ਕਮਜ਼ੋਰ, ਜਿੱਥੇ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕੇ ਨਜ਼ਦੀਕੀ ਤੌਰ 'ਤੇ, ਸਾਨੂੰ ਤੁਸੀਂ ਮਾफ़ ਕਰਕੇ ਇਸ ਸਾਲ ਨਵੇਂ ਦੇ ਵਿੱਚ ਭਾਈ ਸਾਨੂੰ ਤੁਸੀਂ 2021 ਦੇ ਵਿੱਚ ਪ੍ਰਭੂ ਜੀ ਆਪਣੇ ਵਿੱਚ ਬਣਾ ਕੇ ਰੱਖਣਾ। ਔਰ ਅਸੀਂ ਤੁਹਾਡੀ ਹੋਰ ਮਹਿਮਾ, ਤੁਹਾਡੀ ਵਡਿਆਈ ਔਰ ਤੁਹਾਡੇ ਨਜ਼ਦੀਕ ਭਾਅ ਜੀ ਹੋਰ ਰਹਿ ਸਕੀਏ। ਅੱਜ ਦਾ ਜੋ ਪ੍ਰਭੂ ਜੀ ਬੇਨਤੀਆਂ ਜੋਈਆਂ ਤੁਸੀਂ ਉਹਨਾਂ ਨੂੰ ਜਾਣਦੇ ਆ। ਔਰ ਜੋ ਲੋੜਵੰਦ ਲੋਕ ਆ ਭਾਅ ਜੀ ਇਸ ਵੇਲੇ, ਕਿਉਂਕਿ ਵਾਰਿਸ ਦਾ ਸਮਾਂ ਚੱਲ ਰਿਹਾ, ਔਰ ਬਹੁਤ ਸਾਰੇ ਭਾਅ ਜੀ ਜਦੋਂ ਹਸਪਤਾਲਾਂ ਦੇ ਵਿੱਚ ਜਾਂਦੇ ਆ ਔਰ ਠੀਕ ਹੁੰਦੇ ਆ, ਕਈ ਸੋਗ ਵਿੱਚ ਵੀ ਚਲੇ ਜਾਂਦੇ ਆ ਭਾਅ ਜੀ, ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆ। ਸ਼ਿੰਦੀ ਲਈ, ਜੀਵਨ ਲਈ ਜਦੋਂ ਆਰਾਮ ਪਾਉਂਦੇ ਆ ਭਾਅ ਜੀ, ਉਹਨਾਂ ਨੂੰ ਚੰਗੀ ਸਿਹਤ, ਪੂਰੀ ਤਰ੍ਹਾਂ ਇਹ ਕੋਵਿਡ-19 ਤੋਂ ਰਿਕਵਰ ਹੋਣ ਔਰ ਆਪਣੇ ਪਰਿਵਾਰ, ਆਪਣੇ ਘਰਾਂ ਦੇ ਵਿੱਚ ਫਿਰ ਤੁਹਾਡੇ ਭਾਅ ਜੀ ਦਇਆ ਭਲਿਆ 'ਚ ਉਹ ਜਾਣ। ਭਾਈ ਮਾਈਕਲ ਜੋ ਭੈਣ ਗੀਤਾ ਦਾ ਭਰਾ ਭਾਅ ਜੀ, ਉਹਦੀ ਜੋ ਹਾਲਤ ਆ, ਜੋ ਡਾਕਟਰ ਸਲਾਹ ਕਰਦੇ ਆ, ਜੋ ਵੀ ਸਰਜਰੀ ਲਾਤੀ ਕਰਨੀ ਆ ਭਾਅ ਜੀ, ਤੁਸੀਂ ਉਹਨਾਂ ਨੂੰ ਬਹੁਤੇ ਸਮਝ ਦੇਣੀ। ਔਰ ਭਾਈ ਨੂੰ ਭਾਈ ਤੁਸੀਂ ਤਸੱਲੀ ਔਰ ਹੌਸਲਾ ਦੇਣਾ ਤੁਹਾਡੇ ਵੱਲ ਤੱਕਦਾ ਰਹੇ। ਭੈਣ ਨਰਿੰਦਰ ਦੀ ਜੋ ਸਹੇਲੀ ਨਛੱਤਰ ਆ, ਜਦੋਂ ਉਹ ਵੀ ਕੋਵਿਡ-19 ਤੋਂ ਰਿਕਵਰ ਹੋ ਰਹੀ ਆ, ਤੁਸੀਂ ਉਹਨੂੰ ਵੀ ਭਾਅ ਜੀ ਚੰਗੀ ਸਿਹਤ ਦੇਣੀ। ਭਾਈ ਪਿਆਰਾ ਲਾਲ ਜਦੋਂ ਪੌੜੀਆਂ ਦੇ ਵਿੱਚੋਂ ਡਿੱਗ ਪਿਆ, ਜੋ ਵੀ ਉਹਦੀ ਸਿਹਤ ਹੈ ਜਿਸ ਤਰ੍ਹਾਂ ਦੀ ਹੈ, ਉਹਨੂੰ ਵੀ ਯਾਦ ਕਰਦੇ ਹਾਂ। ਔਰ ਭਾਈ ਚੈਕੋ ਥੋਮਸ ਇੰਡੀਆ ਦੇ ਵਿੱਚ ਆਈ ਸਰਜਰੀ ਦੀ, ਉਹਦੇ ਵੀ ਨਾਲ ਤੁਸੀਂ ਹੋਣਾ ਔਰ ਡਾਕਟਰਾਂ ਨੂੰ ਜੋ ਵੀ ਇਲਾਜ ਕਰਦੇ ਆ ਬਹੁਤੇ ਸਮਝ ਦੇਣੀ। ਜੋ ਇਹਨਾਂ ਦਿਨਾਂ ਦੇ ਵਿੱਚ ਭਾਅ ਜੀ ਜੋ ਮੰਡਲੀ ਦੇ ਭੈਣ ਭਾਈ ਆ, ਜਿਨ੍ਹਾਂ ਦੇ ਰਿਸ਼ਤੇਦਾਰ ਜੋ ਮੌਤਾਂ ਕਿੱਦਾਂ ਸੁਣਦੇ ਆ ਭਾਅ ਜੀ ਦੀਆਂ ਆ, ਪ੍ਰਿਆ ਦੀ ਗ੍ਰੈਂਡ ਮਦਰ ਬਾਰੇ ਔਰ ਪਰਿਵਾਰ ਨੂੰ ਤੁਸੀਂ ਤਸੱਲੀ ਦੇਣੀ। ਭੈਣ ਸੋਮਾ ਦਾ ਨੈਫਿਊ, ਕਿਰਨ ਦੀ ਆਂਟੀ, ਡੇਜ਼ੀ ਦੀ ਚਾਚੇ ਦੀ ਕੁੜੀ ਜੋ ਉਹਦੀ ਵੀ ਇੰਡੀਆ 'ਚ ਡੈਥ ਹੋਈ, ਔਰ ਨਰਿੰਦਰ ਭੈਣ ਉਹਦੀ ਮਮ ਦੀ ਡੈਥ ਹੋਈ। ਭਾਅ ਜੀ ਇਹਨਾਂ ਪਰਿਵਾਰਾਂ ਨੂੰ ਤੁਸੀਂ ਸਵਰਗ ਤੋਂ ਤਸੱਲੀ ਦੇਣੀ, ਇਹਨਾਂ ਦੇ ਤੁਸੀਂ ਨਾਲ ਹੋਣਾ। ਔਰ ਇਹਨਾਂ ਮੌਤਾਂ ਦੁਆਰਾ ਵੀ ਭਾਅ ਜੀ ਜੋ ਸੁਣਦੇ ਆ ਰਿਸ਼ਤੇਦਾਰ ਭੈਣ ਭਾਈ, ਉਹ ਤੁਹਾਡੇ ਨਾਲ ਮੇਲ ਮਿਲਾਪ ਕਰ ਲੈਣ, ਤੁਹਾਡੇ ਰਾਜ ਵਿੱਚ ਭਾਅ ਜੀ ਸ਼ਾਮਲ ਹੋਣ। ਔਰ ਇਸ ਵੇਲੇ ਹੋਰ ਵੀ ਕੋਈ ਜੋ ਇਹਨਾਂ ਦਿਨਾਂ ਦੇ ਵਿੱਚ ਕੋਈ ਉਦਾਸੀ, ਨਿਰਾਸ਼ਾ, ਕੋਈ ਦੁੱਖ ਪੀੜਾਂ ਦੇ ਵਿੱਚ ਆ, ਔਰ ਤੁਸੀਂ ਭਾਅ ਜੀ ਉਹਨਾਂ ਦੇ ਨਾਲ ਹੋਣਾ। ਔਰ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਦਵਾਈ ਇਹ ਨਿਕਲੀ ਹੈ ਭਾਅ ਜੀ ਹਰ ਇੱਕ ਮੁਲਕਾਂ ਦੇ ਵਿੱਚ, ਔਰ ਇਹ ਚੰਗਾ ਇਹਦਾ ਰਿਜ਼ਲਟ ਆਵੇ ਔਰ ਬਹੁਤ ਸਾਰੇ ਲੋਕ ਭਾਅ ਜੀ ਇਹ ਜੋ ਦਵਾਈ ਆ ਉਹਦੇ ਦੁਆਰਾ ਠੀਕ ਹੋਣ ਔਰ ਇਸ ਵਾਰਿਸ ਤੋਂ ਬਚ ਸਕਣ ਭਾਅ ਜੀ। ਅੱਜ ਦਾ ਵਚਨ ਆਪਣੇ ਦਾਸ ਨੂੰ ਭਾਅ ਜੀ ਤੁਸੀਂ ਸਵਰਗ ਤੋਂ ਜੋ ਮਸਾ ਕਰਨਾ ਦਾ ਜੋ ਵਚਨ ਖੋਲ੍ਹੇ ਜਾਣ, ਔਰ ਸੁਣਨ ਵਾਲਿਆਂ ਨੂੰ ਪੜ੍ਹਨ ਵਿੱਚ ਤੁਸੀਂ ਹਰ ਗੱਲ ਵਿੱਚ ਮਦਦ ਅਤੇ ਸਹਾਇਤਾ ਕਰਨੀ। ਇਹ ਸਾਰਾ ਕੁਛ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ, ਆਮੀਨ। ਹੁਣ ਜੋ ਇਸ ਹਫਤੇ ਦੇ ਐਲਾਨ ਜਾਂ ਨੋਟਿਸ ਤੁਸੀਂ ਮਿਹਰਬਾਨੀ ਕਰਕੇ ਥੋੜ੍ਹਾ ਧਿਆਨ ਨਾਲ ਸੁਣਨਾ। ਅੱਜ ਸ਼ਾਮ ਨੂੰ ਜਿਸ ਤਰ੍ਹਾਂ ਸ਼ੁਰੂ ਕੀਤਾ ਸੀਗਾ ਇੱਥੇ ਮਿਲਣਾ 5 ਵਜੇ ਬਿਲਡਿੰਗ ਦੇ ਵਿੱਚ, ਅਸੀਂ ਨਹੀਂ ਮਿਲਾਂਗੇ, ਭਾਵੇਂ ਗੌਰਮੈਂਟ ਨੇ ਬੰਦ ਨਹੀਂ ਕੀਤਾ, ਪਰ ਕਿਉਂਕਿ ਇਹ ਜਿਹੜਾ ਟੀਅਰ 4 ਦੇ ਵਿੱਚ ਹੈਗੇ ਆ ਔਰ ਜੋ ਇਹ ਵਾਇਰਸ ਸਪਰੈਡ ਹੋ ਰਹੀ ਆ, ਮੌਤਾਂ ਵੀ ਬਹੁਤ ਹੋ ਰਹੀਆਂ ਆ, ਔਰ ਇਸ ਕਰਕੇ ਫੈਸਲਾ ਕੀਤਾ ਕਿ ਹਾਲੇ ਕੁਛ ਹਫਤੇ ਦੀ ਹਫਤੇ ਦੇਖਦੇ ਹਾਂ ਕਿਸ ਤਰ੍ਹਾਂ ਰਿਜ਼ਲਟ ਆਉਂਦਾ ਆ। ਔਰ ਅਸੀਂ 5 ਵਜੇ ਫਿਰ ਜਿਹੜੇ ਜ਼ੂਮ ਦੇ ਉੱਤੇ ਘਰਾਂ ਦੇ ਵਿੱਚ ਮੀਟਿੰਗ ਕਰਾਂਗੇ। ਸੋ ਹਫਤੇ ਦੇ ਹਫਤੇ ਇਹ ਦੱਸਿਆ ਜਾਊਗਾ ਕਿ ਕਿਸ ਤਰ੍ਹਾਂ ਜਿਹੜਾ ਹਾਲੇ ਅੱਗੇ ਆਉਣ ਵਾਲਾ ਸਮਾਂ ਉਹ ਦੱਸੂਗਾ। ਮੰਗਲਵਾਰ ਨੂੰ ਜੋ ਭੈਣ ਭਾਈ ਆਉਂਦੇ ਹੁੰਦੇ ਆ ਪੰਜਾਬੀ ਦੇ ਪ੍ਰਾਰਥਨਾ ਕਰਨ ਵਾਸਤੇ ਜ਼ੂਮ ਦੇ ਉੱਤੇ, ਉਹ 7 ਵਜੇ। ਬੁੱਧਵਾਰ ਨੂੰ 7 ਵਜੇ ਭੈਣ ਭਾਈ ਜੋ ਇੰਗਲਿਸ਼ ਦੇ ਵਿੱਚ ਪ੍ਰਾਰਥਨਾ ਕਰਦੇ ਹੁੰਦੇ ਆ ਉਹਨਾਂ ਦੇ ਵਾਸਤੇ ਇਹ ਹੋਊਗੀ। ਔਰ ਸ਼ੁੱਕਰਵਾਰ ਨੂੰ ਜੋ ਬੱਚਿਆਂ ਦਾ ਸੰਡੇ ਸਕੂਲ ਆ ਉਹ ਸ਼ੁਰੂ ਹੋ ਰਿਹਾ, ਔਰ ਇਹ 6 ਵਜੇ। ਔਰ ਮਾਪਿਆਂ ਨੂੰ ਕਿਹਾ ਜਾਂਦਾ ਕਿ ਬੱਚਿਆਂ ਨੂੰ ਤਿਆਰ ਕਰਕੇ ਉਹਦੇ 'ਚ ਸ਼ਾਮਲ ਕਰਨ, ਔਰ ਪ੍ਰਭੂ ਜੋ ਛੋਟੇ ਬੱਚੇ ਉਹਨਾਂ ਦੇ ਜੜ੍ਹਾਂ ਹੁਣ ਤੋਂ ਹੀ ਆਪਣੇ ਵਿੱਚ ਲਾਵੇ। ਔਰ ਪ੍ਰਭੂ ਦੀ ਮਰਜ਼ੀ ਹੋਈ ਤਾਂ ਅਸੀਂ ਅਗਲੇ ਐਤਵਾਰ
11 ਵਜੇ ਆਨਲਾਈਨ ਸਰਵਿਸ ਜਿਹੜੀ ਹੋਊਗੀ ਰਿਲੇ ਕੀਤੀ ਜਾਊਗੀ, ਉਹਦੇ ਵਿੱਚ ਸ਼ਾਮਲ ਹੋਵਾਂਗੇ। ਔਰ 5 ਵਜੇ ਜੋ ਐਤਵਾਰ ਨੂੰ ਜ਼ੂਮ ਦੇ ਉੱਤੇ ਮੀਟਿੰਗ ਹੋਊਗੀ, ਉਹਦੇ ਵਿੱਚ ਸ਼ਾਮਲ ਹੋਵਾਂਗੇ। ਅੱਜ ਦਾ ਜੋ ਪਰ ਦਾ ਵਚਨ ਆ ਉਹ ਅਸੀਂ ਪੜ੍ਹਨਾ ਆ ਲੂਕਾ ਦੀ ਕਿਤਾਬ, ਉਹਦਾ 7 ਅਧਿਆਏ 36 ਤੋਂ 50 ਆਇਤ। ਲੂਕਾ 7 36 ਤੋਂ 50 ਤੱਕ ਅਸੀਂ ਪੜ੍ਹਾਂਗੇ। ਫਿਰ ਫਰੀਸੀਆਂ ਵਿੱਚੋਂ ਇੱਕ ਨੇ ਉਹਦੇ ਅੱਗੇ ਅਰਜ਼ ਕੀਤੀ, ਜੋ ਮੇਰੇ ਨਾਲ ਰੋਟੀ ਖਾ। ਤਾਂ ਉਹ ਫਰੀਸੀ ਦੇ ਘਰ ਜਾ ਕੇ ਖਾਣ ਬੈਠਾ, ਅਤੇ ਵੇਖੋ ਉਸ ਨਗਰ ਵਿੱਚ ਇੱਕ ਤੀਵੀਂ ਹੈ ਸੀ ਜਿਹੜੀ ਪਾਪਣ ਸੀ। ਅਤੇ ਉਹ ਜਾਣ ਕੇ ਵੀ ਉਹ ਫਰੀਸੀ ਦੇ ਘਰ ਖਾਣ ਬੈਠਾ ਹੈ, ਇੱਕ ਸ਼ੀਸ਼ੀ ਵਿੱਚ ਅਤਰ ਲਿਆਈ ਔਰ ਪਿਛਲੀ ਵੱਲ ਉਹਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ ਰੋਂਦੀ ਹੰਝੂਆਂ ਨਾਲ ਉਹਦੇ ਚਰਨ ਭਿਉਣ ਲੱਗੀ, ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝ ਕੇ ਉਹਦੇ ਚਰਨ ਚੁੰਮੇ ਅਤੇ ਅਤਰ ਮਲਿਆ। ਔਰ ਇਹ ਵੇਖ ਕੇ ਉਹ ਫਰੀਸੀ ਜਿਹਨੇ ਉਹਨੂੰ ਨਿਯੁਤਾ ਦਿੱਤਾ ਸੀ, ਆਪਣੇ ਹੀ ਜੀਵ 'ਚ ਕਹਿਣ ਲੱਗਾ ਵੀ ਜੇ ਇਹ ਮਨੁੱਖ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਤੀਵੀਂ ਜੋ ਉਹਨੂੰ ਛੂਹੰਦੀ ਹੈ ਕੌਣ ਹੈ ਅਤੇ ਕਿਹੋ ਜਿਹੀ ਹੈ, ਕਿਉਂ ਜੋ ਉਹ ਪਾਪਣ ਹੈ। ਉਹਨੂੰ ਕਿਹਾ, ਸ਼ਮਿਉਨ, ਮੈਂ ਤੈਨੂੰ ਕੁਝ ਆਖਣਾ ਹੈ। ਤਾਂ ਉਹ ਬੋਲਿਆ, ਗੁਰੂ ਜੀ ਫਰਮਾਓ। ਕਿਸੇ ਸ਼ਾਹੂਕਾਰ ਦੇ 2 ਕਰਜ਼ਾਈ ਸਨ, ਇੱਕ 250 ਰੁਪਏ ਅਤੇ ਦੂਆ 50 ਦਾ। ਜਾਂ ਉਹਨਾਂ ਦੇ ਕੋਲ ਕੁਝ ਨਾ ਸੀ ਦੇਣ ਨੂੰ, ਦੋਹਾਂ ਨੂੰ ਬਖਸ਼ ਦਿੱਤਾ। ਸੋ ਉਹਨਾਂ ਵਿੱਚੋਂ ਉਸ ਨਾਲ ਕਿਹੜਾ ਵਧੀਕ ਪਿਆਰ ਕਰੇਗਾ? ਸ਼ਮਿਉਨ ਨੇ ਉੱਤਰ ਦਿੱਤਾ, ਮੇਰੀ ਜਾਂਚ ਵਿੱਚ ਉਹ ਜਿਹਨੂੰ ਉਹਨੇ ਵਧੀਕ ਬਖਸ਼ਿਆ। ਤਾਂ ਉਸ ਨੇ ਉਹਨੂੰ ਆਖਿਆ, ਤੈਂ ਠੀਕ ਨਿਬੇੜਾ ਕੀਤਾ। ਫਿਰ ਉਸ ਤੀਵੀਂ ਦੀ ਵੱਲ ਮੂੰਹ ਫੇਰ ਕੇ ਸ਼ਮਿਉਨ ਨੂੰ ਕਿਹਾ, ਤੂੰ ਇਸ ਤੀਵੀਂ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ, ਤੈਂ ਮੇਰੇ ਪੈਰਾਂ ਦੇ ਲਈ ਪਾਣੀ ਨਾ ਦਿੱਤਾ, ਪਰ ਇਹਨੇ ਮੇਰੇ ਪੈਰ ਹੰਝੂਆਂ ਨਾਲ ਭੇਵੇਂ ਅਤੇ ਆਪਣੇ ਵਾਲਾਂ ਨਾਲ ਗੂੰਝੇ। ਤੈਂ ਮੈਨੂੰ ਨਾ ਚੁੰਮਿਆ, ਪਰ ਇਹ ਜਦੋਂ ਦਾ ਮੈਂ ਇੱਥੇ ਆਇਆ ਹਾਂ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੀ। ਤੈਂ ਮੇਰੇ ਸਿਰ 'ਤੇ ਤੇਲ ਨਾ ਮਲਿਆ, ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ। ਔਰ ਇਸ ਕਾਰਨ ਮੈਂ ਤੈਨੂੰ ਆਖਦਾ ਹਾਂ ਕਿ ਇਸ ਦੇ ਪਾਪ ਜੋ ਬਹੁਤੇ ਹਨ ਸੋ ਮਾਫ਼ ਕੀਤੇ ਗਏ, ਕਿਉਂਕਿ ਇਸ ਨੇ ਪਿਆਰ ਬਹੁਤ ਕੀਤਾ। ਪਰ ਜਿਹਨੂੰ ਥੋੜ੍ਹਾ ਮਾਫ਼ ਕੀਤਾ ਗਿਆ ਸੋ ਉਹਨੇ ਥੋੜ੍ਹਾ ਪਿਆਰ ਕਰਦਾ ਹੈ। ਫਿਰ ਉਹਨ ਉਸ ਤੀਵੀਂ ਨੂੰ ਆਖਿਆ, ਤੇਰੇ ਪਾਪ ਮਾਫ਼ ਕੀਤੇ ਗਏ। ਅਤੇ ਜਿਹੜੇ ਉਹਦੇ ਨਾਲ ਖਾਣ ਬੈਠੇ ਸਨ ਉਹ ਮਨ ਵਿੱਚ ਕਹਿਣ ਲੱਗੇ ਵੀ ਇਹ ਕੌਣ ਹੈ ਜੋ ਪਾਪ ਵੀ ਮਾਫ਼ ਕਰਦਾ ਹੈ। ਅਤੇ ਉਸਨੇ ਉਸ ਤੀਵੀਂ ਨੂੰ ਆਖਿਆ, ਤੇਰੀ ਨਿਹਚਾ ਨੇ ਤੈਨੂੰ ਬਚਾਇਆ ਹੈ, ਸ਼ਾਂਤੀ ਨਾਲ ਚਲੀ ਜਾ। ਆਮੀਨ। ਇਹਨਾਂ ਵਚਨਾਂ 'ਤੇ ਪ੍ਰਭੁਦਾਸ ਆ ਕੇ ਖੋਲ੍ਹੇ ਗੌਰ ਕਰੇ। ਅਸੀਂ ਰਲ ਕੇ ਜੋ ਸਕਰੀਨ 'ਤੇ ਗੀਤ ਆਊਗਾ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਵਾਂਗੇ।
and my Redeemer, gracious Savior of my ruined life. My guilt and cross laid on your shoulders. In my place, you suffered, bled, and died. You rose, the grave and death are conquered. You broke my bonds of sin and shame. You rose, the grave and death are conquered. You broke my bonds of sin and of shame. You broke my bonds of sin and of shame. A man asked his wife what she would like for her birthday. ਇੱਕ ਬੰਦੇ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਤੈਨੂੰ ਆਪਣੇ ਬਰਥਡੇ ਲਈ ਕੀ ਚਾਹੀਦਾ ਹੈਗਾ। And she replied, "You know what? I would just love to be 8 again." ਉਹਨੇ ਜਵਾਬ ਦਿੱਤਾ ਕਿ ਮੈਂ ਚਾਹੁੰਦੀ ਹਾਂ ਕਿ ਮੈਂ ਫਿਰ ਮੁੜ ਕੇ 8 ਸਾਲ ਦੀ ਹੋਵਾਂ। So on the morning of her birthday, he woke up, ਸੋ ਉਹਦੇ ਬਰਥਡੇ ਵਾਲੇ ਦਿਨ ਸਵੇਰ ਨੂੰ ਉੱਠਿਆ, he made her a big bowl of Cocoa Pops, ਉਹਨੇ ਕੋਕੋ ਪੌਪਸ ਬ੍ਰੇਕਫਾਸਟ ਬਣਾਇਆ ਉਹਦੇ ਲਈ, and he took her off to the local theme park and on almost all of the rides there. ਉਹਨੂੰ ਆਪਣੀ ਪਤਨੀ ਨੂੰ ਪਾਰਕ ਵਿੱਚ ਲੈ ਗਿਆ, ਸਾਰੀਆਂ ਖੇਡਾਂ ਤੇ ਖੜਾਇਆ ਉਹਨੂੰ ਝੂਟਿਆਂ ਤੇ। And after this, they drove off to a McDonald's ਉਸ ਤੋਂ ਬਾਅਦ ਫਿਰ ਉਹਨੂੰ ਮੈਕਡੋਨਲਡ ਲੈ ਕੇ ਗਿਆ। where her loving husband, ਉੱਥੋਂ ਦੇ ਪਿਆਰੇ ਪਤੀ ਨੇ he ordered a Happy Meal with extra fries. ਹੈਪੀ ਮੀਲ ਉਹਦੇ ਲੈ ਕੇ ਦਿੱਤਾ ਬੱਚਿਆਂ ਵਾਲਾ ਐਕਸਟਰਾ ਫਰਾਈਜ਼ ਦੇ ਨਾਲ। And then he was off to the movies to watch the latest film. ਫਿਰ ਫਿਲਮ ਦੇਖਣ ਗਏ ਹੈਗੇ And ਸਿਨੇਮਾ ਵਿੱਚ। this is of course with hot dogs and popcorn and all the Coca-Cola she could drink. ਪੌਪਕੌਰਨ ਖਾਧਾ, ਸੋਡਾ ਪੀਤਾ, ਹੌਟ ਡੌਗ ਖਾਧੇ, ਜਿੱਦਾਂ ਬੱਚੇ ਕਰਦੇ ਹੁੰਦੇ ਆ। And now when they finally came home, ਜਦੋਂ ਵਾਪਸ ਘਰ ਆਏ, he lovingly asked his wife, ਉਹਨੇ ਬੜੇ ਪਿਆਰ ਨਾਲ ਆਪਣੀ ਪਤਨੀ ਨੂੰ ਪੁੱਛਿਆ, he said, "Wow, dear, what was it like to be 8 again?" ਕਹਿੰਦੇ ਜੀ ਕਿੱਦਾਂ ਲੱਗਿਆ ਤੈਨੂੰ ਜੇ ਮੁੜ ਕੇ ਤੂੰ 8 ਸਾਲ ਦੀ ਫੇਰ ਹੋਈ। And his wife turned around and she said to him, ਉਹਦੀ ਪਤਨੀ ਨੇ ਮੁੜ ਕੇ ਕਿਹਾ ਉਹਨੂੰ, she said, "When I said I wanted to be 8 again, ਕਹਿੰਦੀ ਜਦੋਂ ਮੈਂ ਕਿਹਾ ਸੀ ਨਾ ਕਿ ਮੈਂ 8 ਸਾਲ ਦੀ ਮੁੜ ਕੇ ਹੋਣਾ ਚਾਹੁੰਦੀ ਆ, she said I wanted to be a dress size 8." ਮੈਂ ਡਰੈਸ ਨੰਬਰ ਚਾਹੁੰਦੀ ਸੀ 8 ਨੰਬਰ ਹੋਣਾ, ਉਮਰ ਦੇ ਵਿੱਚ ਨਹੀਂ। You see, even when a man is listening, he's still going to get it wrong. ਬੰਦਾ ਭਾਵੇਂ ਸੁਣਦਾ ਹੋਵੇ ਨਾ ਆਪਣੀ ਤੀਵੀਂ ਨੂੰ, ਫਿਰ ਵੀ ਉਹਦੇ ਕੋਲੋਂ ਵਿਚਾਰੇ ਕੋਲੋਂ ਕਿਤੇ ਨਾ ਕਿਤੇ ਗਲਤੀ ਹੋ ਹੀ ਜਾਂਦੀ ਆ। And mistakes are, of course, a part of life. ਗਲਤੀਆਂ ਜਿਹੜੀ ਹੈਗੀਆਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ। And it's not only men who make mistakes, we all make mistakes. ਇਕੱਲੇ ਬੰਦੇ ਨਹੀਂ ਜਿਹੜੇ ਗਲਤੀਆਂ ਕਰਦੇ ਆ, ਸਾਡੇ ਸਾਰਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਹੈਗੀਆਂ। Every single one of us, every single day. ਹਰ ਰੋਜ਼ ਹਰ ਇੱਕ ਜਣਾ ਸਾਡੇ ਕੋਲੋਂ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਆ। But unlike us all who make mistakes daily, ਪਰ ਕੁਝ ਲੋਕ ਹੈਗੇ ਜਿਹੜੇ ਰੋਜ਼ਾਨਾ ਗਲਤੀ ਹੈ ਕਰਦੇ ਆ। Jesus never made any mistakes. ਪ੍ਰਭੂ ਯਿਸੂ ਮਸੀਹ ਨੇ ਕਦੇ ਕੋਈ ਵੀ ਗਲਤੀ ਨਹੀਂ ਕੀਤੀ। He was sinless, he was without sin. ਪ੍ਰਭੂ ਯਿਸੂ ਮਸੀਹ ਪਾਪ ਤੋਂ ਰਹਿਤ ਸੀਗੇ। Yet he was accused of making a mistake, as we've read on today's passage, which ਪਰ came up ਜਿੱਦਾਂ on the ਅਸੀਂ screen. ਅੱਜ ਪ੍ਰਭੂ ਦਾ ਵਚਨ ਪੜ੍ਹਿਆ, ਉਹਨੂੰ ਕਿਹਾ ਗਿਆ ਕਿ ਤੂੰ ਗਲਤੀ ਕੀਤੀ ਆ। And he was accused by Simon the Pharisee of keeping the wrong company. ਸ਼ਮੂਨ ਫਰੀਸੀ ਨੇ ਉਹ ਤੇ ਇਲਜ਼ਾਮ ਲਾਇਆ ਕਿ ਤੂੰ ਗਲਤ ਸੰਗਤੀ ਰੱਖਦਾ ਹੈਗਾ। Keeping the wrong company? ਗਲਤ ਸੰਗਤੀ ਰੱਖਣਾ। George Washington, for those who don't know, was America's first president. ਜਿਹਨਾਂ ਭੈਣਾਂ ਨੂੰ ਨਹੀਂ ਪਤਾ, ਜਾਰਜ ਵਾਸ਼ਿੰਗਟਨ ਅਮਰੀਕਾ ਦਾ ਪ੍ਰੈਜ਼ੀਡੈਂਟ ਸੀਗਾ। And he once said this. ਇੱਕ ਦਿਨ ਉਹਨੇ ਕਿਹਾ, He said, "Associate yourself with men of good quality. ਅੱਛੇ ਲੋਕਾਂ ਦੇ ਨਾਲ ਆਪਣੇ ਆਪ ਦੀ ਸੰਗਤੀ ਕਰਾਓ। If you esteem your own reputation." ਤੁਹਾਡੀ ਵੀ ਇੱਜ਼ਤ ਵੱਧਦੀ ਆ, ਤੁਹਾਡਾ ਨਾਂ ਵੱਧਦਾ ਹੈਗਾ। And famous Spanish writer named Miguel, ਮਿਗਾਲ ਇੱਕ ਜਿਹੜਾ ਬਹੁਤ ਮਸ਼ਹੂਰ ਸਪੇਨ ਤੋਂ ਲਿਖਣ ਵਾਲਾ ਸੀਗਾ। he had a famous saying which was, ਉਹਦੀ ਕਹਾਵਤ ਸੀਗੀ ਬੜੀ ਮਸ਼ਹੂਰ, "Tell me what company you keep and I will tell you what you are." ਤੁਸੀਂ ਮੈਨੂੰ ਦੱਸੋ ਤੁਸੀਂ ਕਿੱਦਾਂ ਦੀ ਸੰਗਤੀ ਰੱਖਦੇ ਆ ਤੇ ਮੈਂ ਤੁਹਾਨੂੰ ਦੱਸੂਗਾ ਤੁਹਾਡੀ ਸੋਬਤ ਕਿੱਦਾਂ ਦੀ ਹੈਗੀ ਆ। Brother and sister, this is how the world thinks. ਦੁਨੀਆ ਏਦਾਂ ਸੋਚਦੀ ਆ।
But this was not how Jesus thought, and we see this in this passage. ਪਰ ਪ੍ਰਭੂ ਯਿਸੂ ਮਸੀਹ ਐਦਾਂ ਨਹੀਂ ਸੋਚਦੇ ਸੀ ਕਿ ਜਿੱਦਾਂ ਦੁਨੀਆ ਸੋਚਦੀ ਆ। ਸਾਨੂੰ ਇਹਨਾਂ ਆਇਤਾਂ ਵਿੱਚ ਸਾਨੂੰ ਪਤਾ ਲੱਗਦਾ ਹੈਗਾ। So what we'll do is we'll firstly look at the setting of this passage. ਅਸੀਂ ਦੇਖਾਂਗੇ ਇਸ ਆਇਤ ਨੂੰ, ਇਹਨਾਂ ਆਇਤਾਂ ਨੂੰ ਦੂਸਰੇ ਹਿੱਸੇ ਵਿੱਚ। We'll look at the woman's response to Jesus, ਉਸ ਔਰਤ ਨੇ ਪ੍ਰਭੂ ਨੂੰ ਕੀ ਜਵਾਬ ਦਿੱਤਾ, and then Jesus' response to Simon, the Pharisee, ਤੇ ਪ੍ਰਭੂ ਨੇ ਸ਼ਿਮੋਨ ਨੂੰ ਕੀ ਜਵਾਬ ਦਿੱਤਾ। and then we will end on what we can learn from this and how we can apply this to our lives. ਅਸੀਂ ਇਹਦੇ ਵਿੱਚ ਕੀ ਸਿੱਖ ਸਕਦੇ ਹੈਗੇ ਆ, ਪਰ ਆਪਣੀ ਜ਼ਿੰਦਗੀ ਤੇ ਅਸੀਂ ਇਹਨਾਂ ਗੱਲਾਂ ਨੂੰ ਕਿੱਦਾਂ ਲਾਗੂ ਕਰ ਸਕਦੇ ਹਾਂ। You know, what this means to us today. ਅੱਜ ਸਾਡੇ ਲਈ ਇਹਨਾਂ ਗੱਲਾਂ ਦਾ ਕੀ ਮਤਲਬ ਹੈਗਾ। So firstly, the setting. ਪਹਿਲੀ ਗੱਲ ਅਸੀਂ ਦੇਖਦੇ ਹਾਂ ਕਿ ਕਿੱਦਾਂ ਗੱਲ ਲਿਖੀ ਗਈ ਹੈਗੀ ਆ। In verse 36, we read that one of the Pharisees named Simon asked Jesus to eat with him. ਛੱਤਿਆ ਤੇ ਅਸੀਂ ਪੜ੍ਹਦੇ ਹਾਂ, फिर किसी फरीसी ने उससे दरख्वास्त की कि मेरे साथ खाना खा। And so Jesus went to the Pharisee's house and he sat down to eat. सो प्रभु गए फरीसी दे घर जाके प्रभु बैठ के खाना खान दे लई। Now I'm sure most of us have invited someone over for dinner at some point in our lives. ਅਸੀਂ ਜ਼ਿੰਦਗੀ ਕਦੇ ਨਾ ਕਦੇ ਜ਼ਰੂਰ ਅਸੀਂ ਕਿਸੇ ਨੂੰ ਸੱਦਿਆ ਹੈਗਾ ਆਪਣੇ ਘਰ ਕਿ ਭਾਈ ਤੁਸੀਂ ਸਾਡੇ ਘਰ ਆ ਕੇ ਖਾਣਾ ਖਾਓ। But have you ever invited somebody very well known? ਪਰ ਕਦੇ ਤੁਸੀਂ ਕਿਸੇ ਮਸ਼ਹੂਰ ਬੰਦੇ ਨੂੰ ਸੱਦਿਆ ਆਪਣੇ ਘਰ ਖਾਣਾ ਖਾਣ ਦੇ ਲਈ? And if you haven't, I want you to imagine yourselves having someone very well known at your house for dinner. ਜੇ ਨਹੀਂ ਤਾਂ ਸੋਚੋ ਤੁਸੀਂ ਕਿਸੇ ਬਹੁਤ ਜਾਣ ਪਛਾਣ ਵਾਲੇ ਬੰਦੇ ਨੂੰ ਸੱਦਿਆ ਹੈਗਾ ਆਪਣੇ ਘਰ ਕਿ ਤੁਹਾਡੇ ਘਰ ਆ ਕੇ ਉਹ ਖਾਣਾ ਖਾਵੇ। Imagine the Queen. ਤੁਸੀਂ ਰਾਣੀ ਨੂੰ ਸੱਦਿਆ ਹੋਊਗਾ। Imagine the Queen coming into your home, ਸੋਚੋ ਰਾਣੀ ਤੁਹਾਡੇ ਘਰ ਚ ਆਉਂਦੀ ਆ, being invited into your house for dinner, ਰਾਣੀ ਤੁਹਾਡੇ ਘਰ ਆਈ ਆ ਰੋਟੀ ਖਾਣ ਨੂੰ, and the Queen sitting down having a cup of tea that you have lovingly prepared. ਰਾਣੀ ਬੈਠੀ ਪਹਿਲਾਂ ਮਸਾਲੇ ਵਾਲੀ ਚਾਹ ਪੀਂਦੀ ਹੈਗੀ ਜਿਹੜੀ ਤੁਸੀਂ ਉਹਦੇ ਲਈ ਬਣਾਈ ਆ। Would you make a drink tea out of your own mugs of tea? ਤੁਹਾਡਾ ਆਪਣਾ ਜਿਹੜਾ ਪਿਆਰਾ ਮੱਗ ਹੈਗਾ ਤੁਸੀਂ ਉਹ ਚੋਂ ਦੋਗੇ ਪੀਣ ਨੂੰ ਚਾਹ? Would you make the Queen eat out of plastic plates? ਕੀ ਤੁਸੀਂ ਪਲਾਸਟਿਕ ਦੀ ਥਾਲੀ ਉਹਦੇ ਬਣੇ ਰੱਖੋਗੇ ਕਿ ਰਾਣੀ ਇਹ ਚੋਂ ਖਾਣਾ ਖਾ ਤੂੰ? What would you wear? ਤੁਸੀਂ ਕੀ ਪਹਿਨੋਗੇ? Would you wear your t-shirt and your pajamas? ਤੁਸੀਂ ਆਪਣਾ ਟੀ-ਸ਼ਰਟ ਤਾਂ ਪਜਾਮਾ ਪਹਿਨੋਗੇ? Or would you wear your best shirt or your best outfit? ਜਾਂ ਸਭ ਤੋਂ ਵਧੀਆ ਤੁਸੀਂ ਆਪਣੇ ਕੱਪੜੇ ਪਹਿਨੋਗੇ? No. ਨਹੀਂ, You would make sure she eats out of really nice plates. ਤੁਸੀਂ ਸੋਚੋਗੇ ਕਿ ਬਈ ਸਭ ਤੋਂ ਵਧੀਆ ਬਰਤਨਾਂ ਵਿੱਚੋਂ ਰਾਣੀ ਖਾਣਾ ਖਾਵੇ। And I'm sure you would make sure that you bring out really nice tea sets. ਵਧੀਆ ਤੋਂ ਵਧੀਆ ਤੁਸੀਂ ਚਾਹ ਦੇ ਕੱਪ ਪਲੇਟੇ ਕੱਢ ਕੇ ਲੈ ਕੇ ਆਉਂਗੇ ਸਭ ਤੋਂ ਵਧੀਆ। And you would dress very smart for her arrival. ਔਰ ਤੁਸੀਂ ਉਹਦੀ ਆਮਦ ਦੇ ਲਈ ਤੁਸੀਂ ਬਹੁਤ ਸੋਹਣੇ ਸੋਹਣੇ ਕੱਪੜੇ ਪਹਿਨੋਗੇ। So you will be prepared in the best way possible. ਸੋ ਇੱਕ ਸੋਹਣੇ ਤਰੀਕੇ ਦੇ ਨਾਲ ਤੁਸੀਂ ਤਿਆਰ ਹੋਵੋਗੇ ਰਾਣੀ ਦਾ ਸਵਾਗਤ ਕਰਨ ਦੇ ਲਈ। What are some of the things you might say and do? ਤੁਸੀਂ ਕੀ ਕਹੋਗੇ, ਕੀ ਉਹਨੂੰ ਪੁੱਛੋਗੇ, ਕੀ ਕਰੋਗੇ? Come on in. ਆਓ ਜੀ, How wonderful to see you. ਤੁਹਾਨੂੰ ਬੜੀ ਖੁਸ਼ੀ ਹੋਈ ਰਾਣੀ ਤੁਹਾਨੂੰ ਮਿਲ ਕੇ। Please, can I take your coat? ਮੈਂ ਤੇਰਾ ਕੋਟ ਲੈ ਸਕਦਾ? Here, let me get this for you. ਰਾਣੀ ਮੈਂ ਤੇਰੇ ਲਈ ਕੁਝ ਲੈ ਕੇ ਆਵਾਂ? Please help yourself to some food. ਤੁਸੀਂ ਬੈਠੋ, ਖਾਣਾ ਵਰਤੋ, ਖਾਣਾ ਲਓ। You see, there are ways and means that we make people feel welcome in our home. ਬਹੁਤ ਤਰੀਕੇ ਹੈਗੇ ਆ ਜਿਹਦੇ ਦੁਆਰਾ ਅਸੀਂ ਆਏ ਲੋਕਾਂ ਨੂੰ, ਮਹਿਮਾਨਾਂ ਨੂੰ ਆਪਣੇ ਘਰ 'ਚ ਆਮੰਤਰਿਤ ਕਰਦੇ ਹਾਂ। And seeing as it's the Queen, I'm sure none of us would fail to do that. ਰਾਣੀ ਹੋਣ ਦੇ ਕਰਕੇ ਸਾਡੇ ਵਿੱਚ ਕੋਈ ਵੀ ਜਿਹੜਾ ਹੈਗਾ ਕਿਸੇ ਗੱਲ ਤੋਂ ਪਿੱਛੇ ਨਹੀਂ ਰਹੂਗਾ। We would all be going above and beyond for sure. ਜ਼ਰੂਰਤ ਤੋਂ ਵੱਧ ਕੇ, ਜ਼ਰੂਰਤ ਤੋਂ ਜ਼ਿਆਦਾ ਅਸੀਂ ਕਰਾਂਗੇ ਕਿਉਂਕਿ ਰਾਣੀ ਸਾਡੇ ਘਰ ਆਈ ਆ। See, hospitality was a big thing even in Jesus' day. ਪ੍ਰਭੂ ਦੇ ਦਿਨਾਂ ਵਿੱਚ ਮਹਿਮਾਨ ਨਵਾਜ਼ੀ ਬਹੁਤ ਵੱਡੀ ਚੀਜ਼ ਸੀਗੀ। And there were ways of making your guests feel welcome. ਆਪਣੇ ਆਏ ਮਹਿਮਾਨ ਨੂੰ ਆਦਰ ਭਾਵ ਕਰਨਾ ਬਹੁਤ ਤਰੀਕੇ ਸੀ ਇਸ ਤਰ੍ਹਾਂ ਕਰਨ ਦੇ। You know, things you did particularly by your actions to make them feel welcome. ਜੋ ਤੁਸੀਂ ਕਰਦੇ ਸੀਗੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਉਹ ਤੋਂ ਬੜਾ ਫਰਕ ਪੈਂਦਾ ਸੀਗਾ। For example, one of them was a guest's sandals were removed ਮਿਸਾਲ ਦੇ ਤੌਰ ਤੇ ਜਦੋਂ ਉਹਦੇ ਸੀਗੇ ਉਹਨਾਂ ਦੇ ਜੁੱਤੀਆਂ ਲਾ ਕੇ ਰੱਖਦੇ ਸੀਗੇ, and their feet were washed. ਉਹਨਾਂ ਦੇ ਪੈਰ ਧੋਤੇ ਜਾਂਦੇ ਸੀਗੇ। But we see here that Simon the Pharisee, ਪਰ ਅਸੀਂ ਦੇਖਦੇ ਕਿ ਸ਼ਿਮੋਨ ਫਰੀਸੀ he invites Jesus to dinner, the King of Kings, Lord of Lords.
ਉਹਨੇ ਰਾਜਾ ਦੇ ਰਾਜੇ ਪ੍ਰਭੂਆਂ ਦੇ ਪ੍ਰਭੂ ਯਿਸੂ ਮਸੀਹ ਨੂੰ ਸੱਦਿਆ ਆਪਣੇ ਘਰ ਖਾਣਾ ਖਾਣ ਦੇ ਲਈ। And he offers Jesus no courtesies, ਉਹ ਪ੍ਰਭੂ ਦਾ ਕੋਈ ਸਵਾਗਤ ਨਹੀਂ ਕਰਦਾ ਹੈਗਾ ਜਿਸ ਤਰ੍ਹਾਂ, not even one. ਇੱਕ ਵੀ ਨਹੀਂ। I mentioned the Queen, but this is someone who is the most important ever. This is Jesus Christ. ਅਸੀਂ ਜ਼ਿਕਰ ਕੀਤਾ ਰਾਣੀ ਦਾ, ਪਰ ਇੱਥੇ ਤਾਂ ਉਹ ਮਹਿਮਾਨ ਹੈਗਾ ਜਿਹੜਾ ਕਿ ਇਹ ਤੋਂ ਵੱਡਾ ਕੋਈ ਹੈ ਹੋ ਨਹੀਂ ਸਕਦਾ ਹੈਗਾ ਦੁਨੀਆ ਵਿੱਚ। And it's dishonoring to Jesus. ਪ੍ਰਭੂ ਦੇ ਲਈ ਕਿੰਨੀ ਨਰਾਦਰੀ ਦੀ ਗੱਲ ਹੈਗੀ ਹੈ। It appears that the Pharisee only invited Jesus to try and test him. ਲੱਗਦਾ ਕਿ ਫਰੀਸੀ ਨੇ ਪ੍ਰਭੂ ਨੂੰ ਆਪਣੇ ਘਰ ਇਸੇ ਕਰਕੇ ਸੱਦਿਆ ਖਾਣੇ ਦੇ ਲਈ ਤਾਂ ਕਿ ਉਹਨੂੰ ਪਰਖੇ, So that he can question him and observe him. ਤਾਂ ਕਿ ਪ੍ਰਭੂ ਦੇ ਕੋਲੋਂ ਸਵਾਲ ਪੁੱਛੇ, ਉਹਨੂੰ ਤਾੜੇ ਕਿ ਪ੍ਰਭੂ ਕੀ ਕਰਦੇ ਹੈਗੇ ਆ। And try give him the once over, as they say. ਜਿੱਦਾਂ ਕਹਿੰਦੇ ਆ ਕਿ ਪ੍ਰਭੂ ਨੂੰ ਦੇਖੇ ਕਿ ਮੈਂ ਦੇਖਾਂ ਵੀ ਤੂੰ ਕਿੰਨੇ ਪਾਣੀ ਛਗਾ, Because he certainly doesn't treat Jesus with any respect. ਕਿਉਂਕਿ ਕਿਸੇ ਖਾਸ ਆਦਰ ਦੇ ਨਾਲ, ਇੱਜ਼ਤ ਦੇ ਨਾਲ ਪ੍ਰਭੂ ਦਾ ਆਦਰ ਨਹੀਂ ਕਰਦਾ ਹੈਗਾ। In verse 37, 37 ਆਇਤ ਦੇ ਵਿੱਚ we see to the room comes a woman in the city. ਉਸ ਘਰ ਦੇ ਵਿੱਚ ਇੱਕ ਔਰਤ ਆਉਂਦੀ ਹੈ ਜਿਹੜੀ ਕਿ ਸ਼ਹਿਰ ਦੇ ਵਿੱਚੋਂ ਸੀਗੀ। A woman who was a sinner. ਉਹ ਔਰਤ ਜਿਹੜੀ ਬਦਚਲਨ ਸੀਗੀ। This woman was someone who has not been invited. ਇਹ ਔਰਤ ਜਿਹੜੀ ਸੀਗੀ ਇਹਨੂੰ ਬੁਲਾਇਆ ਨਹੀਂ ਗਿਆ ਸੀਗਾ। And she had become aware that Jesus was going to be at the Pharisee's house. ਉਹਨੂੰ ਪਤਾ ਲੱਗਾ ਕਿ ਪ੍ਰਭੂ ਯਿਸੂ ਮਸੀਹ ਨੇ ਫਲਾਣੇ ਦਿਨ ਉਸ ਫਰੀਸੀ ਦੇ ਘਰ ਹੋਣਾ ਹੈਗਾ। And she heard that he was going to be there, and it was in her heart to meet him. ਉਹਨੇ ਸੋਚਿਆ ਸੀਗਾ ਕਿ ਪ੍ਰਭੂ ਨੂੰ ਉੱਥੇ ਹੋਣਾ ਹੈਗਾ ਉਸ ਘਰ ਦੇ ਵਿੱਚ। ਮੇਰਾ ਦਿਲ ਕਰਦਾ ਕਿ ਮੈਂ ਪ੍ਰਭੂ ਨੂੰ ਜਾ ਕੇ ਮਿਲਾਂ। Even if that meant going into a house of a Pharisee to see him. ਭਾਵੇਂ ਫਰੀਸੀ ਦੇ ਘਰ ਮੈਨੂੰ ਜਾਣਾ ਪਵੇ, ਉਹਨੇ ਸੋਚਿਆ ਮੈਂ ਜਾਣਾ ਜ਼ਰੂਰ ਹੈ ਪ੍ਰਭੂ ਨੂੰ ਦੇਖਣ ਨੂੰ। This woman was determined to see him, ਇਹ ਔਰਤ ਨੇ ਠਾਣ ਲਿਆ ਕਿ ਮੈਂ ਪ੍ਰਭੂ ਨੂੰ ਦੇਖਣਾ ਹੀ ਦੇਖਣਾ, and she was prepared to see him. ਉਹ ਤਿਆਰ ਵੀ ਸੀਗੀ। She doesn't have the invitation card in her hand. ਉਹਨੂੰ ਨਿਮੰਤਰਣ ਪੱਤਰ ਨਹੀਂ ਦਿੱਤਾ ਗਿਆ ਕਿ ਸੱਦਾ ਨੂੰ ਦਿੱਤਾ ਗਿਆ ਕਿ ਤੂੰ ਆ। She just turns up unexpected and uninvited. ਬਿਨ ਬੁਲਾਏ ਪਹੁੰਚ ਗਈ, ਆਪਣੇ ਆਪ ਨੂੰ ਉਹਨੇ ਅੰਦਰ ਲੈ ਗਈ। Let me ask you, ਤੁਹਾਨੂੰ ਪੁੱਛੀਏ, have you ever been somewhere where you just didn't fit in? ਕਦੇ ਤੁਸੀਂ ਗਏ ਆ ਐਸੀ ਜਗ੍ਹਾ ਜਿੱਥੇ ਕਿ ਤੁਹਾਨੂੰ ਨਾ ਬੁਲਾਇਆ ਗਿਆ ਹੋਵੇ ਤੇ ਨਾ ਤੁਸੀਂ ਉੱਥੇ ਬੈਠੇ ਜੱਚਦੇ ਹੋ? I remember an occasion where me and my wife Jas, ਭਾਈ ਕਹਿੰਦੇ ਮੈਨੂੰ ਯਾਦ ਹੈ, ਕਹਿੰਦੇ ਕਿ ਕਹਿੰਦੇ ਰਹੇ ਤੇ ਇਹਨਾਂ ਦੀ ਪਤਨੀ ਜਸ we went to an afternoon tea place in Yorkshire. ਯੋਰਕਸ਼ਾਇਰ ਕੋਈ ਚਾਹ ਦੁਪਹਿਰ ਨੂੰ ਚਾਹ ਪੀਣ ਦੀ ਜਗ੍ਹਾ ਹੈਗੀ, ਉੱਥੇ ਗਏ। And I remember as soon as we walked inside, ਜਦੋਂ ਅਸੀਂ ਗਏ ਉੱਥੇ ਪਹੁੰਚੇ, there were people there and they were all very smartly dressed. ਉੱਥੇ ਲੋਕੀ ਜਿਹੜੇ ਸੀਗੇ ਉਹਨਾਂ ਨੇ ਬੜੇ ਸੋਹਣੇ ਸੋਹਣੇ ਕੱਪੜੇ ਪਹਿਨੇ ਸੀਗੇ, You know, in suits and dresses. ਸੂਟ ਪਾਏ ਸੀਗੇ, ਡਰੈਸਾਂ ਪਾਈਆਂ ਸੀਗੀਆਂ। And on the other hand, ਦੂਸਰੇ ਪਾਸੇ there was me in my usual casual jeans and black t-shirt. ਭਾਈ ਜੌਨ ਸੀਗਾ, ਕੈਸ਼ੀਅਰ, ਉਹਨਾਂ ਨੇ ਕੱਪੜੇ ਪਾਏ ਸੀ, ਟੀ-ਸ਼ਰਟ ਪਾਈ ਸੀਗੀ ਔਰ ਜੀਨਸ ਪਾਏ ਸੀਗੇ। You see, normally when we've been before for afternoon tea, ਜੇ ਕਦੇ ਤੁਸੀਂ ਪਹਿਲਾਂ ਕਦੇ ਜਾ ਚੁੱਕੇ ਹੋਵੋ ਦੁਪਹਿਰ ਨੂੰ ਚਾਹ ਪੀਣ ਦੇ ਲਈ ਕਿਤੇ, the dress code's been casual. ਉੱਥੇ ਹੈਗਾ ਕਿ ਆਰਾਮ ਨਾਲ ਕੱਪੜੇ ਪਹਿਨੋ, ਕੈਜੂਅਲ। But in this place, everyone was very smartly dressed. ਪਰ ਇਸ ਵਾਰੀ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹਨਾਂ ਨੇ ਬੜੇ ਸੋਹਣੇ ਸੋਹਣੇ ਕੱਪੜੇ ਪਹਿਨੇ ਸੀਗੇ। And I didn't know about this ਮੈਨੂੰ ਪਤਾ ਵੀ ਨਹੀਂ ਸੀਗਾ until ਏਦਾਂ। I actually went inside. ਜਦੋਂ ਗਿਆ ਤਾਂ ਜਾ ਕੇ ਪਤਾ ਲੱਗਿਆ। And, you know, as you may or may not know, ਤੁਹਾਨੂੰ ਪਤਾ ਜਾਂ ਨਾ ਪਤਾ ਹੋਊਗਾ, I love wearing my black t-shirt. I wear it quite often to church in the summer. ਜੋ ਉਹਨੂੰ ਬਹੁਤ ਹੈਗਾ ਵੀ ਕਾਲੀ ਟੀ-ਸ਼ਰਟ ਪਹਿਨਣ ਦਾ ਉਹਨੂੰ ਬੜਾ ਸ਼ੌਕ ਹੈਗਾ, ਗਰਮੀਆਂ 'ਚ ਪਾਉਂਦੇ ਆ। And let me tell you, I walked in and I felt like I just completely didn't belong here. ਜਦੋਂ ਮੈਂ ਗਿਆ ਉੱਥੇ ਤਾਂ ਮੈਨੂੰ ਲੱਗਿਆ ਕਿ ਮੈਂ ਤੇ ਨਹੀਂ ਫੱਬਦਾ ਇੱਥੇ ਬੈਠਾ। And I got stared at because of what I was wearing. ਤੇ ਜੋ ਮੈਂ ਕੱਪੜੇ ਪਾਏ ਸੀ, ਟੀ-ਸ਼ਰਟ ਜੀਨਸ ਪਾਏ ਸੀਗੇ, ਲੋਕੀ ਦੇ ਸੀਗੇ ਬਿਨਾਂ ਨੂੰ। You see, this wasn't my setting. ਮੈਨੇ ਏਦਾਂ ਨਹੀਂ ਸੀਗਾ। And just as it wasn't my setting, this is how it was for this woman. ਜਿੱਦਾਂ ਮੈਂ ਉੱਤੇ ਬੈਠਾ ਜੱਜਦਾ ਨਹੀਂ ਸੀਗਾ, ਏਦਾਂ ਹੀ ਔਰਤ ਦੇ ਲਈ ਸੀਗਾ। She didn't naturally fit into that particular environment. ਇਹ ਔਰਤ ਵੀ ਉੱਥੇ ਕਰ ਗਈ, ਸ਼ਮੂਨ ਦੇ ਕਰ ਗਈ, ਸਜਦੀ ਨਹੀਂ ਸੀਗੀ। You know, from an outwardly perspective. ਜੇ ਅਸੀਂ ਸੋਚੀਏ ਇਹਨੂੰ, And she got stared at because of it. ਲੋਕੀ ਉਹਦੇ ਵੱਲ ਅੱਖਾਂ ਪਾੜ ਕੇ ਦੇਖਦੇ ਸੀਗੇ, But this didn't matter to her. ਪਰ ਉਹਨੂੰ ਕੋਈ ਫਰਕ ਨਹੀਂ ਪਿਆ। This was the least of her concerns. ਉਹਨੂੰ ਇਸ ਗੱਲ ਦੀ ਪਰਵਾਹ ਨਹੀਂ ਸੀਗੀ, ਚਿੰਤਾ ਨਹੀਂ ਸੀਗੀ। Fitting in wasn't her aim. ਉਹਨੂੰ ਇਹ ਨਹੀਂ ਸੀਗਾ ਕਿ ਮੈਂ ਉੱਥੇ
ਕਬੂਲ ਕੀਤੀ ਜਾਵਾਂ। This woman came with a greater purpose, ਇਹ ਔਰਤ ਆਈ ਸੀ ਕਿ ਵੱਡੇ ਮਕਸਦ ਦੇ ਨਾਲ, and she came with humility. ਨਮਰਤਾ ਦੇ ਨਾਲ, ਨੀਵੀਂ ਹੋ ਕੇ ਆਈ ਸੀ ਉਹ। We don't know her name. ਸਾਨੂੰ ਤਾਂ ਨਾਂ ਨਹੀਂ ਦੱਸਿਆ ਗਿਆ, We have very few details about her. ਬਹੁਤ ਥੋੜਾ ਕੁਝ ਦੱਸਿਆ ਗਿਆ ਇਹਦੇ ਬਾਰੇ। But what the Bible says is that she was a sinner. ਪ੍ਰਭੂ ਦੇ ਵਚਨ ਇਹ ਜ਼ਰੂਰ ਦੱਸਦਾ ਕਿ ਉਹ ਇੱਕ ਪਾਪੀ ਸੀਗੀ। Or she most likely would have been involved in sexual immorality. ਹੋ ਸਕਦਾ ਵੈਸ਼ਿਆ ਹੋਵੇ। So the next thing is, how did the woman respond to Jesus? ਇਹ ਔਰਤ ਜਿਹੜੀ ਹੈਗੀ ਆ, ਇਹਨੇ ਪ੍ਰਭੂ ਨੂੰ ਦੇਖ ਕੇ ਇਹਨੇ ਕੀ ਕੀਤਾ? We see this in verse 38. 38 ਤੇ ਅਸੀਂ ਪੜ੍ਹਦੇ ਹਾਂ, She's overcome with emotion, ਉਹ ਬਹੁਤ ਜਜ਼ਬਾਤੀ ਹੋ ਗਈ, ਬਹੁਤ ਜਜ਼ਬਾਤ ਦੇ ਨਾਲ ਭਰ ਗਈ ਉਹ। and it tells us that she stood at his feet behind him, weeping. ਲੇਕਿਨ ਉਹਦੇ ਚਰਨਾਂ ਦੇ ਕੋਲ ਆ ਕੇ ਰੋਣ ਲੱਗ ਪਈ। She is a sinner and he is without sin. ਔਰਤ ਹੈਗੀ ਆ ਪਾਪ ਦੇ ਨਾਲ ਭਰੀ ਹੋਈ, ਪ੍ਰਭੂ ਯਿਸੂ ਮਸੀਹ ਹੈਗੇ ਆ ਪਾਪ ਤੋਂ ਰਹਿਤ। Can you see the contrast? ਦੇਖਿਆ ਕਿੰਨੀ ਤੁਲਨਾ ਹੈਗੀ ਆ। And what's particularly striking is ਔਰ ਕਿਹੜੀ ਚੀਜ਼ ਜਿਹੜੀ ਸਾਨੂੰ ਇੱਥੇ ਲੱਗਦੀ ਹੈਗੀ ਆ, not a single word is spoken from her in all of this. ਔਰਤ ਜਿਹੜੀ ਹੈਗੀ ਆ ਇੱਕ ਵੀ ਲਫ਼ਜ਼ ਨਹੀਂ ਬੋਲੀ ਹੈਗੀ ਇਸ ਸਾਰੇ ਹਾਦਸੇ ਦੌਰਾਨ, Not a word. ਇੱਕ ਵੀ ਲਫ਼ਜ਼ ਨਹੀਂ ਬੋਲੀ। And she had tears of sorrow because she was repentant. ਗਮ ਦੇ ਹੰਝੂ ਸੀ ਉਹਦੇ ਅੱਖਾਂ ਚੋਂ ਨਿਕਲਦੇ, ਕਿਉਂਕਿ ਉਹ ਬੜਾ ਅਫਸੋਸ ਕਰਦੀ ਸੀ, ਬੜੀ ਦੁਖੀ ਸੀ ਉਹ। And because she knew Jesus was the only one who could forgive her of her sins. ਉਹਨੂੰ ਪਤਾ ਹੈਗਾ ਕਿ ਪ੍ਰਭੂ ਯਿਸੂ ਮਸੀਹ ਇਕੱਲਾ ਹੈਗਾ, ਇੱਕੋ ਹੀ ਜਿਹੜਾ ਕਿ ਉਹਨੂੰ ਉਹਦੇ ਪਾਪਾਂ ਤੋਂ ਮਾਫੀ ਦੇ ਸਕਦਾ। And with this in mind, she began to think of all of her sins. ਇਸ ਗੱਲ ਨੂੰ ਸੋਚ ਕੇ ਉਹ ਆਪਣੇ ਸਾਰਿਆਂ ਪਾਪਾਂ ਦੇ ਬਾਰੇ ਸੋਚਣ ਲੱਗ ਪਈ। And they pierced her heart. ਉਹਦੇ ਜਦੋਂ ਉਹਨੇ ਆਪਣੇ ਪਾਪਾਂ ਬਾਰੇ ਸੋਚਿਆ, ਉਹਦਾ ਦਿਲ ਛੱਡ ਗਿਆ। Brother and sister, ਭਰਾਵੋ ਭੈਣੋ, are we filled with emotion in our hearts when we think of our sins? ਅਸੀਂ ਜਦੋਂ ਆਪਣੇ ਪਾਪ ਬਾਰੇ ਸੋਚਦੇ ਕਿ ਅਸੀਂ ਵੀ ਕਦੇ ਛਲਨੀ ਹੁੰਦੇ ਆ? Do we feel that strong conviction in our hearts when we make mistakes? ਜਦੋਂ ਸਾਡੇ ਕੋਲ ਗਲਤੀ ਹੁੰਦੀ ਹੈ ਕਿ ਅਸੀਂ ਕਦੇ ਆਪਣੀ ਗਲਤੀ ਬਾਰੇ ਸੋਚ ਕੇ ਸਾਨੂੰ ਕੁਝ ਹੁੰਦਾ ਅੰਦਰ ਦਿਲ ਦੇ ਵਿੱਚ ਕੁਝ? The mistakes we made before our Lord and everything that He has done for us. ਪ੍ਰਭੂ ਦੇ ਅੱਗੇ ਅਸੀਂ ਕਿੰਨੀਆਂ ਵੱਡੀਆਂ ਗਲਤੀਆਂ ਕੀਤੀਆਂ ਹੈਗੀਆਂ, ਔਰ ਪ੍ਰਭੂ ਨੇ ਸਾਡੇ ਲਈ ਕਿੰਨਾ ਕੁ ਕੀਤਾ ਹੈਗਾ, ਕਦੇ ਸੋਚਿਆ? And do we cry out in the Lord in prayer, asking Him to forgive us of our sins? ਕਿ ਅਸੀਂ ਪ੍ਰਾਰਥਨਾ ਵਿੱਚ ਪ੍ਰਭੂ ਦੇ ਅੱਗੇ ਆ ਕੇ ਰੋ ਕੇ ਕਹਿੰਦੇ ਕਿ ਪ੍ਰਭੂ ਮੈਨੂੰ ਮਾਫ ਕਰ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਹੈਗੀਆਂ। Look at this woman. ਇਸ ਔਰਤ ਨੂੰ ਦੇਖੋ, She has no water to wash Jesus' feet, ਇਸ ਔਰਤ ਦੇ ਕੋਲ ਪਾਣੀ ਨਹੀਂ ਸੀਗਾ ਕਿ ਪ੍ਰਭੂ ਦੇ ਚਰਨਾਂ ਨੂੰ ਧੋਵੇ, yet she wets them with her tears. ਪਰ ਇੰਨਾ ਰੋਈ ਕਿ ਆਪਣੇ ਹੰਝੂਆਂ ਦੇ ਨਾਲ ਉਹਨੇ ਪ੍ਰਭੂ ਦੇ ਚਰਨ ਧੋਤੇ। She has no towel to dry His feet, ਉਸ ਕੋਲ ਤੌਲੀਆ ਵੀ ਨਹੀਂ ਸੀਗਾ ਪ੍ਰਭੂ ਦੇ ਚਰਨ ਸਾਫ਼ ਕਰਨ ਨੂੰ। and she does something unimaginable in her culture of day. ਉਹਨਾਂ ਦਿਨਾਂ ਵਿੱਚ ਉਹ ਸੋਚ ਦੇ ਮੁਤਾਬਕ ਉਹ ਇੱਕ ਐਸਾ ਕੰਮ ਕਰਦੀ ਜਿਹੜਾ ਕਿ ਅਣਸੁਣਿਆ ਅਣਦੇਖਿਆ ਹੋਵੇ। She lets down her hair and she wipes Jesus' feet with it. ਉਹਨੇ ਆਪਣੇ ਬਾਲ ਖੋਲ ਕੇ ਉਹਨੇ ਆਪਣੇ ਬਾਲਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਨੂੰ ਸਾਫ਼ ਕੀਤਾ। The only towel she had was her hair. ਇੱਕੋ ਹੀ ਤੌਲੀਆ ਸੀ, ਉਹ ਕਿਹੜਾ ਤੌਲੀਆ ਸੀਗਾ? ਆਪਣੇ ਬਾਲਾਂ ਦਾ। And she kisses his feet ਉਹ ਪ੍ਰਭੂ ਦੇ ਚਰਨਾਂ ਨੂੰ ਚੁੰਮਦੀ ਆ। and puts the fragrant oil, which was in an alabaster box, on them. ਉਹ ਜਿਹੜਾ ਅਤਰ ਲੈ ਕੇ ਗਈ ਸੀ ਅਲਬਸਤਰ ਦੇ ਵਿੱਚ, ਉਹ ਲੈ ਕੇ ਇਤਰ ਲੈ ਕੇ ਉਹਨੇ ਪ੍ਰਭੂ ਦੇ ਚਰਨਾਂ ਉੱਤੇ ਡੋਲ ਦਿੱਤਾ। Now, this was a very precious and a very expensive gift. ਇਹ ਬਹੁਤ ਕੀਮਤੀ ਇਤਰ ਸੀਗਾ। It would have cost about a year's worth of wages. ਇੱਕ ਸਾਲ ਦੀ ਤਨਖਾਹ ਦੇ ਬਰਾਬਰ ਇਹਦੀ ਕੀਮਤ ਹੋਣੀ ਹੈ ਇਸ ਇਤਰ ਦੀ। A year's worth of roughly of average annual income. ਇੱਕ ਸਾਲ ਦੀ ਉਹਦੀ ਕਮਾਈ ਜਿਹੜੀ ਸੀਗੀ, ਉਹਨੇ ਪੂਰੇ ਸਾਲ ਦੀ ਕਮਾਈ ਲਾਤੀ ਇਸ ਇਤਰ ਨੂੰ ਖਰੀਦਣ ਦੇ ਲਈ। And this woman is so taken up with her devotion and her love for Jesus. ਪ੍ਰਭੂ ਦੇ ਲਈ ਉਹਦੇ ਅੰਦਰ ਜਿਹੜੀ ਉਮੰਗ ਹੈਗੀ ਆ, ਉਹਦੇ ਅੰਦਰ ਜਿਹੜੀ ਇੱਕ ਇੱਛਾ ਹੈਗੀ ਪ੍ਰਭੂ ਦੀ ਇਬਾਦਤ ਕਰਨ ਦੇ ਲਈ, ਉਹਦੀ ਇਬਾਦਤ ਨੇ ਇੰਨਾ ਉਹ 'ਤੇ ਕਾਬੂ ਕਰ ਲਿਆ ਪ੍ਰਭੂ ਦੇ ਲਈ That she doesn't care about the stares and the looks that she's receiving. ਉਹ ਨਹੀਂ ਪਰਵਾਹ ਕਰਦੀ ਕਿ ਲੋਕੀ ਦੇਖਦੇ ਮੇਰੇ ਵੱਲ ਨੂੰ ਕਿ ਲੋਕੀ ਕੀ ਕਹਿੰਦੇ ਹੋਊਗੇ। And she would have been stared at, of course, by Simon and the Pharisees. ਜ਼ਰੂਰ ਸ਼ਮੌਨ ਫਰੀਸੀ ਨੇ ਔਰ ਬਾਕੀ ਲੋਕਾਂ ਨੇ ਉਹਦਾ ਦੇਖਿਆ ਹੋਣਾ ਕਿ ਕੀ ਕਰਦੀ ਆ। This woman does what she can and she uses what she has. ਇਹ ਔਰਤ ਦੇ ਕੋਲ ਜੋ ਕੁਝ ਸੀਗਾ ਉਹਦਾ ਉਹਨੇ ਇਸਤੇਮਾਲ ਕੀਤਾ, ਔਰ ਜੋ ਕੁਝ ਕਰ ਸਕਦੀ ਸੀਗੀ ਉਹਨੇ ਕੀਤਾ। And how does Simon respond to this? ਇਹ ਦੇਖ ਕੇ
ਸ਼ਮੌਨ ਨੂੰ ਕੀ ਕਹਿੰਦਾ? Simon was not impressed. ਸ਼ਮੌਨ ਦੇਖ ਕੇ ਕੋਈ ਜ਼ਿਆਦਾ ਪ੍ਰਭਾਵਿਤ ਨਹੀਂ ਹੋਇਆ, ਕੋਈ ਖੁਸ਼ ਨਹੀਂ ਹੋਇਆ ਜ਼ਿਆਦਾ ਦੇਖ ਕੇ। Verse 39, it clearly tells us this. ਅਸੀਂ ਪੜ੍ਹਦੇ ਹਾਂ 39 ਆਇਤ ਵਿੱਚ ਲਿਖਿਆ ਸਾਫ਼-ਸਾਫ਼। Simon's thinking, if Jesus was really a prophet, ਸ਼ਮੌਨ ਕਹਿੰਦਾ, ਸੋਚਦਾ ਕਿ ਜੇ ਇਹ ਪ੍ਰਭੂ ਯੀਸ਼ੂ ਮਸੀਹ ਜੇ ਸੱਚੀ ਮੁੱਚੀ ਦਾ ਨਬੀ ਹੁੰਦਾ, he would know who this woman is. ਉਹਨੂੰ ਪਤਾ ਹੋਣਾ ਸੀਗਾ ਕਿ ਔਰਤ ਕੌਣ ਹੈਗੀ ਆ। He would know what kind of woman she is. ਉਹਨੂੰ ਪਤਾ ਹੋਣਾ ਸੀਗਾ ਕਿ ਔਰਤ ਕਿੱਦਾਂ ਦੀ ਹੈਗੀ ਆ। And he surely would not allow her to touch him. ਤਾਂ ਕਦੇ ਪ੍ਰਭੂ ਹੋਣ ਨਾ ਦਿੰਦਾ ਕਿ ਔਰਤ ਮੈਨੂੰ ਛੂਵੇ ਵੀ। Look at Simon's reaction. ਦੇਖੋ ਸ਼ਮੌਨ ਨੇ ਕੀ ਕਿਹਾ। He looked at this so differently. ਸ਼ਮੌਨ ਉਸ ਔਰਤ ਨੂੰ ਕਿਸ ਨਜ਼ਰ ਦੇ ਨਾਲ ਦੇਖਦਾ ਹੈਗਾ। He passed judgment on the woman, ਉਹਨੇ ਔਰਤ ਉੱਤੇ ਆਪਣਾ ਇਨਸਾਫ ਪਹਿਲਾਂ ਹੀ ਸੁਣਾਤਾ। but Jesus never did. ਪ੍ਰਭੂ ਯੀਸ਼ੂ ਮਸੀਹ ਨੇ ਏਦਾਂ ਨਹੀਂ ਕੀਤਾ। Simon the Pharisee, ਸ਼ਮੌਨ ਫਰੀਸੀ he saw this woman as a worthless woman, ਉਹਨੇ ਦੇਖੀ ਜਿਹੜੀ ਔਰਤ ਹੈਗੀ ਆ ਇਹ ਨਕਾਰੀ ਕਿਸੇ ਵੀ ਕੰਮ ਦੀ ਔਰਤ ਨਹੀਂ ਹੈਗੀ। as a lowlife in society, ਸਮਾਜ ਦੇ ਵਿੱਚ ਇੱਕ ਨੀਵੀਂ ਤੀਵੀਂ ਹੈਗੀ ਆ। and his opinion suddenly changed of Jesus. ਔਰ ਉਹਦੀ ਜਿਹੜੀ ਸੋਚ ਸੀ ਪ੍ਰਭੂ ਦੇ ਬਾਰੇ ਉਹ ਵੀ ਯਕਾਯਕ ਉਸ ਵੇਲੇ ਬਦਲ ਗਈ। As soon as he saw this, he thought differently of Jesus. ਹੁਣ ਜਦੋਂ ਦੇਖਿਆ ਇਸ ਗੱਲ ਨੂੰ, ਦੇਖਿਆ ਹਾਦਸਾ, ਤਾਂ ਪ੍ਰਭੂ ਬਾਰੇ ਵੀ ਉਹਦੀ ਸੋਚ ਬਦਲ ਗਈ। Let me ask you, ਤੁਹਾਨੂੰ ਪੁੱਛਿਆ do you pass judgment on others? ਕਿ ਤੁਸੀਂ ਵੀ ਲੋਕਾਂ ਨੂੰ ਦੇਖ ਕੇ ਕਹਿ ਦਿੰਦੇ ਆ ਉਹਨਾਂ ਦੇ ਉੱਤੇ ਇਨਸਾਫ ਕਰਦੇ ਆ? Have you ever passed judgment on others? ਕਦੇ ਕੀਤਾ ਸੀ ਕਿ ਦੂਸਰਿਆਂ ਨੂੰ ਦੇਖ ਕੇ ਤੁਸੀਂ ਉਹਨਾਂ ਦਾ ਇਨਸਾਫ ਕੀਤਾ? Or do you see yourself as more holy than your brother, sister, or your neighbor? ਜੇ ਤੁਸੀਂ ਸੋਚਦੇ ਕਿ ਮੈਂ ਤਾਂ ਆਪਣੇ ਗੁਆਂਢੀ ਨਾਲੋਂ, ਆਪਣੇ ਭਰਾ ਨਾਲੋਂ, ਆਪਣੀ ਭੈਣ ਨਾਲੋਂ ਮੈਂ ਤੇ ਜ਼ਿਆਦਾ ਪਵਿੱਤਰ ਹੈਗਾ, ਮੈਂ ਤੇ ਇਹਨਾਂ ਵਰਗਾ ਨਹੀਂ ਹੈਗਾ। So how does Jesus respond to all of this, to what Simon the Pharisee is saying? ਜੋ ਹੋ ਰਿਹਾ ਹੈਗਾ ਇਹ ਸਾਰਾ ਕੁਝ ਦੇਖ ਕੇ ਤਾਂ ਪ੍ਰਭੂ ਯੀਸ਼ੂ ਮਸੀਹ ਸ਼ਮੌਨ ਪਤਰਸ ਨੂੰ ਸ਼ਮੌਨ ਨੂੰ ਕੀ ਕਹਿੰਦੇ ਹੈਗੇ ਫਰੀਸੀ ਨੂੰ? See, Jesus, he knew Simon's heart. ਪ੍ਰਭੂ ਯੀਸ਼ੂ ਮਸੀਹ ਨੂੰ ਪਤਾ ਸੀਗਾ ਕਿ ਫਰੀਸੀ ਦਾ ਦਿਲ ਕਿਦਾਂ ਦਾ ਹੈਗਾ। And in verses 40 to 42, 40 ਤੋਂ 42 ਆਇਤ ਵਿੱਚ he told Simon a simple parable about forgiveness. ਪ੍ਰਭੂ ਯੀਸ਼ੂ ਮਸੀਹ ਇਸ ਫਰੀਸੀ ਨੂੰ ਮੁਆਫੀ ਦੇ ਬਾਰੇ ਇੱਕ ਛੋਟਾ ਜਿਹਾ ਤਮਸੀਲ ਦਿੰਦੇ ਆ। And in this parable, ਇਸ ਤਮਸੀਲ ਦੇ ਵਿੱਚ as you can read, there's three main characters in this parable. 3 ਜਣੇ ਹੈਗੇ ਆ ਇਸ ਤਮਸੀਲ ਦੇ ਵਿੱਚ। And it's the parable Jesus told of the two debtors. ਜਿਹੜੇ 2 ਕਰਜ਼ਾਈ ਹੈਗੇ ਆ। So there's a creditor who represents Jesus Christ. ਇੱਕ ਬੰਦਾ ਹੈਗਾ ਜਿਹਦਾ ਦੇਣਾ ਯਾਨੀ ਕਿ ਪ੍ਰਭੂ ਯੀਸ਼ੂ ਮਸੀਹ। There's a debtor who owed 500 denarii. ਇੱਕ ਕਰਜ਼ਦਾਰ ਸੀਗਾ ਜਿਹਨੇ 500 ਦਿਨਾਰ ਦੇਣਾ ਸੀਗਾ। And this represents the woman. ਇਹ ਔਰਤ ਹੈਗੀ ਆ। And there's another debtor who owed 50 denarii. ਇੱਕ ਸੀਗਾ ਕਰਜ਼ਦਾਰ ਜਿਹਨੇ 50 ਦਿਨਾਰ ਦੇਣੇ ਸੀਗੇ, ਉਹ ਹੈਗਾ ਉਹ ਫਰੀਸੀ। And they both owed a debt. ਦੋਨਾਂ ਨੇ ਕਰਜ਼ਾ ਦੇਣਾ। One was less, one was quite a lot. ਇੱਕ ਦਾ ਥੋੜਾ ਸੀਗਾ, ਇੱਕ ਦਾ ਬਹੁਤ ਜ਼ਿਆਦਾ ਸੀਗਾ। And when the debtors had nothing to repay the creditor, ਕਰਜ਼ਦਾਰਾਂ ਦੇ ਕੋਲ ਜਦੋਂ ਕੁਝ ਵੀ ਨਹੀਂ ਸੀਗਾ ਦੇਣ ਨੂੰ, the creditor graciously forgave both debts. ਤੇ ਕਰਜ਼ਦਾਰ ਹੈ ਉਹ ਕਣ ਦੋਨਾਂ ਨੂੰ ਮਾਫ ਕਰ ਦਿੱਤਾ। And the creditor, he cancels the debts. ਕਰਜ਼ਦਾਰ ਕਹਿੰਦੇ ਚਲੋ ਕੋਈ ਨਹੀਂ, ਛੱਡੋ, ਮੈਨੂੰ ਕੁਝ ਨਹੀਂ ਚਾਹੀਦਾ। And Jesus asked Simon the Pharisee, ਪ੍ਰਭੂ ਨੇ ਪੁੱਛਿਆ ਸ਼ਮੌਨ ਫਰੀਸੀ ਨੂੰ, which of the debtors he would show love towards their creditor? ਇਹਨਾਂ ਦੋਨਾਂ ਵਿੱਚੋਂ ਕਿਹੜਾ ਹੈਗਾ ਜਿਹੜਾ ਆਪਣੇ ਕਰਜ਼ਾ ਮਾਫ ਕਰਨ ਵਾਲੇ ਨੂੰ ਜ਼ਿਆਦਾ ਪਿਆਰ ਕਰੂਗਾ? Which of them will show more love? ਕਿਹੜਾ ਹੈਗਾ ਜਿਹੜਾ ਜ਼ਿਆਦਾ ਪਿਆਰ ਕਰੂਗਾ ਆਪਣਾ ਕਰਜ਼ਾ ਮਾਫ ਕਰਨ ਵਾਲੇ ਨੂੰ? One owed 50, one owed 500, and both were forgiven. ਜਿਹਨੇ 50 ਦੇਣੇ ਸੀਗੇ ਜਾਂ ਜਿਹਨੇ 500 ਦੇਣਾ ਸੀਗਾ, ਦੋਨਾਂ ਦੇ ਮਾਫ ਹੋ ਗਏ ਹੈਗੇ ਆ, ਪਰ ਜ਼ਿਆਦਾ ਪਿਆਰ ਕੌਣ ਕਰੂਗਾ ਉਸ ਕਰਜ਼ਾ ਮਾਫ ਕਰਨ ਵਾਲੇ ਨੂੰ? And when Jesus asked Simon the Pharisee which of them will love him more, ਜਦੋਂ ਪ੍ਰਭੂ ਨੇ ਪੁੱਛਿਆ ਫਰੀਸੀ ਨੂੰ ਵੀ ਇਹਨਾਂ ਦੋਨਾਂ ਵਿੱਚ ਕਿਹੜਾ ਜ਼ਿਆਦਾ ਪਿਆਰ ਕਰੂਗਾ, Simon replies in verse 43, 43 ਆਇਤ ਵਿੱਚ ਸ਼ਮੌਨ ਕਹਿੰਦਾ, and he says, I suppose the one who had the bigger debt cancelled. ਕਹਿੰਦਾ ਮੇਰੀ ਸੋਚ ਵਿੱਚ ਜਿਹਦਾ ਜ਼ਿਆਦਾ ਬਖਸ਼ਿਆ ਗਿਆ ਉਹ ਜ਼ਿਆਦਾ ਪਿਆਰ ਕਰੂਗਾ। And Jesus tells Simon ਪ੍ਰਭੂ ਨੇ ਕਿਹਾ ਸ਼ਮੌਨ ਨੂੰ that he judges rightly when he says that the person who will be forgiven more will ਤੂੰ love ਬਿਲਕੁਲ more. ਠੀਕ ਫੈਸਲਾ ਕੀਤਾ ਕਿ ਜਿਹਦਾ ਜ਼ਿਆਦਾ ਮਾਫ ਕੀਤਾ ਗਿਆ ਉਹ ਜ਼ਿਆਦਾ ਪਿਆਰ ਕਰੂਗਾ। And as I said earlier, Simon the Pharisee, ਜਦੋਂ ਪਹਿਲਾਂ ਕਿਹਾ ਸੀ ਜਿਹੜਾ ਸ਼ਮੌਨ ਫਰੀਸੀ, he didn't even offer the bare minimum traditional courtesies. ਉਹਨੇ ਤਾਂ ਪ੍ਰਭੂ ਯੀਸ਼ੂ ਮਸੀਹ ਨੂੰ ਜਿਹੜੀ
ਆਮ ਜਿਹੜੀ ਇੱਜ਼ਤ ਬਖਸ਼ੀ ਜਾਂਦੀ ਹੈਗੀ ਆ ਇੱਕ ਆਏ ਮਹਿਮਾਨ ਨੂੰ, ਉਹਨਾਂ ਦਾ ਉਹ ਵੀ ਨਹੀਂ ਪ੍ਰਭੂ ਨੂੰ ਦਿੱਤੀ ਸੀਗੀ। When Jesus came into the house, ਜਦੋਂ ਪ੍ਰਭੂ ਆਏ ਉਹਦੇ ਘਰ ਦੇ he ਵਿੱਚ, showed no respect to Jesus. ਉਹਨੇ ਕੋਈ ਇੱਜ਼ਤ ਨਹੀਂ ਦਿਖਾਈ ਪ੍ਰਭੂ ਨੂੰ, He showed no love through his actions. ਕੋਈ ਪਿਆਰ ਨਹੀਂ ਦਿਖਾਇਆ ਆਪਣੇ ਕੰਮਾਂ ਦੁਆਰਾ ਪ੍ਰਭੂ ਨੂੰ। And by contrast, ਔਰ ਤੁਲਨਾ ਵਿੱਚ this woman who had been forgiven, ਇਹ ਔਰਤ ਜਿਹੜੀ ਮਾਫ ਕੀਤੀ ਗਈ ਆ, she went way beyond the common courtesies. ਉਹ ਔਰ ਜਿਹੜੀ ਹੈਗੀ ਆ ਜ਼ਰੂਰਤ ਤੋਂ ਵੱਧ ਚੜ ਕੇ ਉਹਨੇ ਪ੍ਰਭੂ ਦੀ ਯਿਸੂ ਮਸੀਹ ਦਾ ਆਦਰ ਸਤਿਕਾਰ ਕੀਤਾ। She came with humility, with a humbled heart, ਨੀਵਾਂ ਦਿਲ ਲੈ ਕੇ ਨਮਰਤਾ ਦੇ ਨਾਲ ਅਧੀਨ ਹੋ ਕੇ ਆਈ ਪ੍ਰਭੂ ਦੇ ਅੱਗੇ। and she gratefully and sincerely she honored Jesus. ਦਿਲੋਂ ਉਹਨੇ ਆਦਰ ਦੇ ਨਾਲ ਪ੍ਰਭੂ ਦਾ ਆਦਰ ਸਤਿਕਾਰ ਕੀਤਾ। So can you see? ਦੇਖਿਆ, Simon showed little love, ਸ਼ਮੌਨ ਨੇ ਥੋੜਾ ਪਿਆਰ ਦਿਖਾ ਲਿਆ, and the woman showed so much love. ਔਰਤ ਨੇ ਬੇਹੱਦ ਪਿਆਰ ਦਿਖਾ ਲਿਆ। And this parable, it illustrates to us ਇਹ ਤਮਸੀਲ ਸਾਨੂੰ ਦਿਖਾਉਂਦੀ ਆ how we all can be forgiven ਕਿ ਅਸੀਂ ਸਾਰੇ ਮਾਫ ਕੀਤੇ ਜਾ ਸਕਦੇ ਹਾਂ, regardless of the amount of sin, ਜਿੰਨਾ ਮਰਜ਼ੀ ਸਾਡਾ ਪਾਪ ਹੋਵੇ, if the debt is big or small. ਕਰਜ਼ਾ ਛੋਟਾ ਹੋਵੇ, ਕਰਜ਼ਾ ਵੱਡਾ ਹੋਵੇ। And in verse 44, 44 ਆਇਤ ਵਿੱਚ Jesus, he turns to the woman, but he speaks to Simon. ਪ੍ਰਭੂ ਯਿਸੂ ਮਸੀਹ ਗੱਲ ਤਾਂ ਕਰਦੇ ਸ਼ਮੌਨ ਦੇ ਨਾਲ, ਪਰ ਮੁੜ ਕੇ ਉਸ ਔਰਤ ਵੱਲ ਦੇਖਦੇ ਆ। Simon, ਉਹ ਕਹਿੰਦੇ ਆ, ਸ਼ਮੌਨ do you see this woman? ਤੂੰ ਦੇਖਦਾ ਇਸ ਔਰਤ ਨੂੰ? Have you genuinely looked past the surface and saw her? ਸ਼ਮੌਨ ਕੀ ਤੂੰ ਇਸ ਔਰਤ ਨੂੰ ਦੇਖਿਆ ਹੈਗਾ? ਉੱਪਰੋਂ ਨਹੀਂ, ਅੰਦਰੋਂ ਇਹਨੂੰ ਦੇਖਿਆ? Jesus was the invited guest. ਪ੍ਰਭੂ ਯਿਸੂ ਮਸੀਹ ਦਾ ਬੁਲਾਏ ਹੋਏ ਮਹਿਮਾਨ ਸੀਗੇ। There were customs to be followed, ਕੁਝ ਰੀਤੀ ਰਿਵਾਜ ਸੀਗੇ ਜਿਹੜੇ ਉਹਨੂੰ ਪੂਰੇ ਕਰਨੇ ਚਾਹੀਦੇ ਸੀਗੇ ਸ਼ਮੌਨ ਨੂੰ। and Jesus points these out. ਪ੍ਰਭੂ ਦੱਸਦੇ ਉਹਨੂੰ, He says, Simon, ਕਹਿੰਦੇ ਸ਼ਮੌਨ I entered your house, ਮੈਂ ਤੇਰੇ ਘਰ ਪ੍ਰਵੇਸ਼ ਕੀਤਾ, but you gave me no water for my feet. ਤੂੰ ਮੈਨੂੰ ਪਾਣੀ ਨਹੀਂ ਦਿੱਤਾ ਕਿ ਮੈਂ ਆਪਣੇ ਪੈਰ ਧੋਵਾਂ। But she did, this woman did. ਇਹ ਔਰਤ ਨੇ ਦਿੱਤਾ। She washed them with her tears, ਇਸ ਔਰਤ ਨੇ ਆਪਣੇ ਹੰਝੂਆਂ ਦੇ ਨਾਲ ਮੇਰੇ ਚਰਨ ਧੋਤੇ, which was tears of repentance. ਤੋਬਾ ਦੇ ਹੰਝੂ। And she dried my feet with her hair. ਆਪਣੇ ਵਾਲਾਂ ਦੇ ਨਾਲ ਇਸ ਔਰਤ ਨੇ ਮੇਰੇ ਚਰਨ ਸਾਫ਼ ਕੀਤੇ। And in verse 45, he says, Simon, you gave me no kiss. 45 ਪ੍ਰਭੂ ਕਹਿੰਦੇ ਸ਼ਮੌਨ ਮੈਂ ਆਇਆ, ਤੂੰ ਤਾਂ ਮੈਨੂੰ ਇੱਕ ਚੁੰਮਾ ਵੀ ਨਹੀਂ ਦਿੱਤਾ, But this woman has not stopped kissing my feet since I've come. ਪਰ ਜਦ ਹੀ ਆਈ ਆ ਇਸ ਔਰਤ ਨੇ ਮੇਰੇ ਪੈਰ ਚੁੰਮਣੇ ਬੰਦ ਨਹੀਂ ਕੀਤੇ। In verse 46, 46 ਆਇਤ ਵਿੱਚ Simon, ਸ਼ਮੌਨ you did not anoint my head with oil, ਸ਼ਮੌਨ ਤੂੰ ਤੇ ਮੇਰੇ ਸਿਰ ਨੂੰ ਤੇਲ ਵੀ ਨਹੀਂ ਲਾਇਆ ਹੈਗਾ, but this woman did. ਇਹ ਔਰਤ ਨੇ ਤੇ ਕੀਤਾ। Notice on the repetition of the word you and this here. ਦੇਖੋ ਕਹਿੰਦਾ ਤੂੰ ਤੇ ਉਹ। Jesus is directly speaking to Simon. ਪ੍ਰਭੂ ਯਿਸੂ ਮਸੀਹ ਸਿੱਧੀ ਸ਼ਮੌਨ ਨਾਲ ਗੱਲ ਕਰਦੇ ਆ। And Simon's lack of love and respect ਸ਼ਮੌਨ ਦੇ ਜਿਹੜਾ ਉਹਨੇ ਜਿਹੜੀ ਕਮੀ ਸੀ ਉਹਦੇ ਪਿਆਰ ਦੇ ਵਿੱਚ, ਉਹਦੇ ਆਦਰ ਸਤਿਕਾਰ ਦੇ ਵਿੱਚ ਪ੍ਰਭੂ ਦੇ ਲਈ, it showed how little he thought he needed Jesus' grace and forgiveness. ਪਤਾ ਲੱਗਦਾ ਕਿ ਉਹ ਕਿੰਨਾ ਸੋਚਦਾ ਕਿ ਕਿੰਨੀ ਘੱਟ ਮੈਨੂੰ ਪ੍ਰਭੂ ਦੀ ਦਇਆ ਦੀ, ਉਹਦੀ ਕਿਰਪਾ ਦੀ, ਉਹਦੀ ਰਹਿਮਤ ਦੀ ਲੋੜ ਹੈਗੀ ਆ। While the woman's response, ਔਰਤ ਜਿਹੜੀ ਹੈਗੀ ਆ, it demonstrated her understanding of her great deep need. ਔਰਤ ਤੋਂ ਪਤਾ ਲੱਗਿਆ ਕਿ ਉਹ ਸੋਚਦੀ, ਉਹਨੂੰ ਪਤਾ ਕਿ ਮੇਰੀ ਲੋੜ ਹੈਗੀ ਆ ਪ੍ਰਭੂ ਯਿਸੂ ਮਸੀਹ ਦੇ ਲਈ। And because of this, ਇਸ ਕਰਕੇ Jesus said to Simon in verse 47, 47 ਆਇਤ ਵਿੱਚ ਪ੍ਰਭੂ ਯਿਸੂ ਮਸੀਹ ਨੇ ਸ਼ਮੌਨ ਨੂੰ ਕਿਹਾ her many sins have been forgiven. ਕਿ ਇਹਦੇ ਬਹੁਤ ਸਾਰੇ ਗੁਨਾਹ ਜਿਹੜੇ ਹੈਗੇ ਆ ਉਹ ਮਾਫ ਹੋਏ। And he says this to Simon, ਸ਼ਮੌਨ ਨੂੰ ਕਹਿੰਦੇ ਆ, but he also tells the woman this in verse 48. 48 ਆਇਤ 'ਚ ਪ੍ਰਭੂ ਕਹਿੰਦੇ ਆ, He says, your sins have been forgiven. ਉਸ ਔਰਤ ਸੇ ਕਹਾ ਤੇਰੇ ਗੁਨਾਹ ਮਾਫ ਹੋਏ। Simon saw nothing but this woman's past reputation. ਸ਼ਮੌਨ ਨੇ ਕੀ ਦੇਖਿਆ ਸੀਗਾ, ਇਹ ਔਰਤ ਕਿੱਦਾਂ ਦੀ ਹੈਗੀ ਆ, ਬਦਚਲਨ ਔਰਤ ਹੈਗੀ ਆ। ਉਸ ਤੋਂ ਜ਼ਿਆਦਾ ਸ਼ਮੌਨ ਨੇ ਉਸ ਔਰਤ ਦੇ ਬਾਰੇ ਨਹੀਂ ਦੇਖਿਆ, ਨਹੀਂ ਸੋਚਿਆ। Simon saw this woman as a rejected woman. ਸ਼ਮੌਨ ਨੇ ਕੀ ਦੇਖਿਆ, ਇਹ ਔਰਤ ਜਿਹੜੀ ਹੈਗੀ ਆ, ਇਹ ਲੋਕਾਂ ਦੀ ਤਰਕ ਕੀਤੀ ਹੋਈ, ਲੋਕਾਂ ਦੀ ਕੱਢੀ ਹੋਈ ਔਰਤ ਹੈਗੀ ਆ। But Jesus, he delicately and graciously exposes Simon's hatred. ਪਰ ਪ੍ਰਭੂ ਯਿਸੂ ਮਸੀਹ ਨੇ ਬੜੇ ਪਿਆਰ ਦੇ ਨਾਲ, ਬੜੀ ਸਫਾਈ ਦੇ ਨਾਲ ਉਹਨੇ ਸ਼ਮੌਨ ਦੇ ਅੰਦਰ ਲੁਕੇ ਹੋਏ ਕਪਟ ਨੂੰ, ਗੁੱਸਾ ਜਿਹੜਾ ਸੀ ਉਹਦੇ ਅੰਦਰ, ਉਹਨੂੰ ਪ੍ਰਭੂ ਨੇ ਜ਼ਾਹਿਰ ਕੀਤਾ। Yes, her past may be full of sin, ਹਾਂ ਬੇਸ਼ੱਕ ਸਾਡੇ ਬੀਤੇ ਸਮਾਂ ਸਾਡਾ ਭਰਿਆ ਹੋਇਆ ਹੋਵੇ ਪਾਪਾਂ ਦੇ ਨਾਲ, but because of her genuinely repentant attitude, ਪਰ ਕਿਉਂਕਿ ਇਸ ਔਰਤ ਨੇ ਦਿਲੋਂ
ਤੌਬਾ ਦਾ ਦਿਲ ਲੈ ਕੇ ਆਈ ਆ, ਉਹਨੇ ਤੌਬਾ ਕੀਤੀ ਆ because of her display of love ਕਿਉਂਕਿ ਉਹਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਆਪਣੇ ਪ੍ਰਭੂ ਦੇ ਲਈ। and her faith in him. ਉਹ ਉਹਦਾ ਜਿਹੜਾ ਵਿਸ਼ਵਾਸ ਸੀਗਾ ਉਸ ਔਰਤ ਦਾ ਪ੍ਰਭੂ ਦੇ ਵਿੱਚ, Jesus saw a desire in her to change from her old ways. ਪ੍ਰਭੂ ਨੇ ਦੇਖਿਆ ਇਸ ਔਰਤ ਦੇ ਵਿੱਚ ਇੱਕ ਇੱਛਾ ਹੈਗੀ ਆ ਕਿ ਆਪਣੇ ਬੀਤੇ ਹੋਏ ਸਮੇਂ ਨੂੰ ਛੱਡ ਕੇ, ਆਪਣੇ ਬੀਤੀ ਹੋਈ ਜ਼ਿੰਦਗੀ ਨੂੰ ਛੱਡ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂ ਪ੍ਰਭੂ ਦੇ ਵਿੱਚ, And to begin living God's way of life. ਔਰ ਪ੍ਰਭੂ ਦੇ ਅਨੁਸਾਰ ਆਪਣਾ ਜੀਵਨ ਮੈਂ ਗੁਜ਼ਾਰਨਾ ਸ਼ੁਰੂ ਕਰਾਂ। This woman's faith saved her. ਇਸ ਔਰਤ ਦੇ ਵਿਸ਼ਵਾਸ ਨੇ ਇਸ ਔਰਤ ਨੂੰ ਬਚਾ ਲਿਆ। Jesus said in verse 50, ਪਿਆ ਆਇਤ ਚ ਪ੍ਰਭੂ ਕਹਿੰਦੇ ਆ, your faith has saved you. ਤੇਰੇ ਈਮਾਨ ਨੇ ਤੁਝੇ ਬਚਾ ਲਿਆ ਹੈ। She came to Jesus as a sinner, ਆਈ ਸੀਗੀ ਪ੍ਰਭੂ ਦੇ ਕੋਲ ਇੱਕ ਪਾਪੀ ਔਰਤ ਹੋ ਕੇ, believing by faith that he would not send her away. ਵਿਸ਼ਵਾਸ ਕਰਦੀ ਹੋਈ ਕਿ ਪ੍ਰਭੂ ਮੈਨੂੰ ਏਦਾਂ ਨਾ ਮੁੜ ਕੇ ਵਾਪਸ ਕਰ ਲੂਗਾ। And she was right. ਸਹੀ ਸੀ ਆਪਣੀ ਸੋਚ She ਚ। believed in Jesus for eternal life. ਉਹਨੇ ਹਮੇਸ਼ਾ ਦੀ ਜ਼ਿੰਦਗੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣਾ ਵਿਸ਼ਵਾਸ ਰੱਖਿਆ, And he gave it to her. ਔਰ ਪ੍ਰਭੂ ਨੇ ਦਿੱਤਾ ਵੀ। So let me ask you this morning, ਅੱਜ ਸਵੇਰੇ ਤੁਹਾਨੂੰ ਸਵਾਲ ਪੁੱਛੀਏ, are you more like the self-righteous Pharisee, ਕੀ Simon, ਤੁਸੀਂ ਇਸ ਕਪਟੀ ਫਰੀਸੀ ਸ਼ਮੌਨ ਵਰਗੇ ਹੈਗੇ ਆ, who does not understand or see the sinfulness of his heart? ਜਿਹੜਾ ਨਾ ਸਮਝਦਾ ਨਾ ਦੇਖਦਾ ਕਿ ਉਹਦਾ ਦਿਲ ਕਿੰਨਾ ਪਾਪੀ ਹੈਗਾ, ਕਿੰਨਾ ਭਰਿਆ ਹੋਇਆ ਹੈਗਾ ਪਾਪ ਦਾ? Or are you like this sinful woman ਜਾਂ ਕੀ ਤੁਸੀਂ ਇਸ ਪਾਪੀ ਔਰਤ ਵਰਗੇ ਹੈਗੇ ਆ who is fully aware of her sin ਜਿਹਨੂੰ ਪੂਰੀ ਦਾ ਪੂਰਾ ਪਤਾ ਆਪਣੇ ਪਾਪ ਦੇ ਬਾਰੇ, and her unworthiness ਔਰ ਮੈਂ ਉਹ ਕਿੰਨੀ ਨਾਕਾਰੀ ਹੈਗੀ ਆ, and her deep need for the Lord? ਔਰ ਉਹਨੂੰ ਜ਼ਰੂਰਤ ਹੈਗੀ ਆ ਪ੍ਰਭੂ ਯਿਸੂ ਮਸੀਹ ਦੀ। This woman found her rest that day. ਇਸ ਔਰਤ ਨੂੰ ਉਸ ਦਿਨ ਆਪਣਾ ਆਰਾਮ ਲੱਭਿਆ। The question is, have you? ਸਵਾਲ ਹੈਗਾ ਕਿ ਤੁਹਾਨੂੰ ਤੁਹਾਡਾ ਆਰਾਮ ਲੱਭਿਆ? Have you found rest in Jesus? ਕੀ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣਾ ਆਰਾਮ ਮਿਲ ਗਿਆ? Have you received that peace in your heart ਕਿ ਉਹ ਤੁਹਾਨੂੰ ਸ਼ਾਂਤੀ ਮਿਲ ਗਈ ਆਪਣੇ ਦਿਲ ਦੇ ਵਿੱਚ ਪ੍ਰਭੂ ਦੇ ਕੋਲੋਂ, which only Jesus can give? ਜਿਹੜੀ ਸਿਰਫ ਪ੍ਰਭੂ ਯਿਸੂ ਮਸੀਹ ਦੇ ਸਕਦੇ ਆ? And have you come before Jesus ਕੀ ਤੁਸੀਂ ਪ੍ਰਭੂ ਦੇ ਅੱਗੇ ਆਏ ਆ in humility ਨੀਵੇਂ ਹੋ ਕੇ, ਨਮਰ ਹੋ ਕੇ, with a repentant heart? ਇੱਕ ਤੌਬਾ ਵਾਲਾ ਦਿਲ ਲੈ ਕੇ? So, what can we learn from this? ਅਸੀਂ ਕੀ ਸਿੱਖ ਸਕਦੇ ਹੈਗੇ ਇਹਨਾਂ ਆਇਤਾਂ ਵਿੱਚੋਂ? Just three main points I just want to point out. ਤਿੰਨ ਗੱਲਾਂ ਅਸੀਂ ਦੇਖਣੀ ਚਾਹੁੰਦੇ ਹੈਗੇ ਬੜੀ ਜਲਦੀ ਦੇ ਨਾਲ। Number one, ਪਹਿਲੀ ਗੱਲ, we are all in debt to God. ਅਸੀਂ ਸਾਰੇ ਦੇ ਸਾਰੇ ਪਰਮੇਸ਼ਰ ਦੇ ਕਰਜ਼ਾਈ ਆ। Romans 3, verse 23, it tells ਰੋਮੀਓ us 3:23, that we have all sinned ਅਸੀਂ ਸਾਰਿਆਂ ਨੇ ਪਾਪ ਕੀਤਾ, and we all fall short of the glory of God. ਅਸੀਂ ਸਾਰੇ ਪਰਮੇਸ਼ਰ ਦੀ ਮਹਿਮਾ ਤੋਂ ਰਹਿਤ ਰਹਿ ਗਏ ਹਾਂ, That's all of us. ਸਾਰੇ ਦੇ ਸਾਰੇ। And the wages of sin is death. ਪਾਪ ਦੀ ਮਜ਼ਦੂਰੀ ਮੌਤ ਹੈਗੀ ਆ, But the gift of God is eternal life in Christ. ਪਰ ਹਮੇਸ਼ਾ ਦੀ ਜ਼ਿੰਦਗੀ ਪ੍ਰਭੂ ਦੇ ਵਿੱਚ ਸਾਨੂੰ ਅਨੰਤ ਜੀਵਨ ਹੈਗਾ। Yes, we all deserve to die and to be separated from God because of our sins. ਆਪਣੇ ਪਾਪ ਦੇ ਕਰਕੇ ਸਾਡੇ ਸਾਰਿਆਂ ਦਾ ਬਣਦਾ ਕਿ ਅਸੀਂ ਪ੍ਰਭੂ ਦੀ ਹਜ਼ੂਰੀ ਤੋਂ ਦੂਰ ਹੋਈਏ ਔਰ ਅਸੀਂ ਇੱਕ ਪਾਸੇ ਹੋਈਏ। That's what we earn for ourselves. ਇਹੀ ਅਸੀਂ ਕਮਾਈ ਕੀਤੀ ਆਪਣੇ ਆਪ ਦੇ ਲਈ। But God's gift is eternal life through Jesus Christ. ਤਾਂ ਪਰਮੇਸ਼ਰ ਦਾ ਤੋਹਫਾ ਸਾਡੇ ਲਈ ਕੀ ਹੈਗਾ? ਪ੍ਰਭੂ ਯਿਸੂ ਮਸੀਹ ਦੇ ਵਿੱਚ ਅਨੰਤ ਜੀਵਨ, ਹਮੇਸ਼ਾ ਦੀ ਜ਼ਿੰਦਗੀ। What Simon forgot was that he was a sinner. ਸ਼ਮੌਨ ਭੁੱਲ ਗਿਆ ਸੀਗਾ ਕਿ ਉਹ ਪਾਪੀ ਆ। He didn't recognize them as sins. ਉਹਨੇ ਆਪਣੇ ਪਾਪ ਨੂੰ ਨਹੀਂ ਪਹਿਚਾਣਿਆ। And isn't it easy for us to forget of our sins? ਕਿੰਨਾ ਆਸਾਨ ਹੈ ਕਿ ਅਸੀਂ ਵੀ ਭੁੱਲ ਸਕਦੇ ਹਾਂ, ਅਸੀਂ ਵੀ ਭੁੱਲ ਜਾਂਦੇ ਕਿ ਅਸੀਂ ਪਾਪੀ ਹੈਗੇ ਹਾਂ। Isn't it easy for us to come into God's house, ਕਿ ਸਾਡੇ ਲਈ ਆਸਾਨ ਨਹੀਂ ਹੈ ਕਿ ਅਸੀਂ ਪ੍ਰਭੂ ਦੇ ਭਵਨ ਜਾਈਏ, open up our Bibles, ਆਪਣੀਆਂ ਬਾਈਬਲਾਂ ਖੋਲੀਏ, and forget the blood that was shed for us? ਪਰ ਭੁੱਲ ਜਾਈਏ ਉਸ ਖੂਨ ਨੂੰ ਜਿਹੜਾ ਸਾਡੇ ਲਈ ਬਹਾਇਆ ਗਿਆ। Brother and sister, we owe a great debt to our God, ਰੋਮੇ 'ਚ ਲਿਖਿਆ ਕਿ ਅਸੀਂ ਪਰਮੇਸ਼ਰ ਦੇ ਅਸੀਂ ਬਹੁਤ ਵੱਡੇ ਕਰਜ਼ਾਈ ਆ, ਕਰਜ਼ਦਾਰ ਹਾਂ, who has redeemed and forgiven us. ਜਿਹਨੇ ਸਾਡਾ ਨਿਸਤਾਰਾ ਕੀਤਾ, ਜਿਹਨੇ ਸਾਨੂੰ ਬਚਾਇਆ, ਸਾਨੂੰ ਛੁਡਾਇਆ ਪਾਪ ਤੋਂ। Number two, ਦੂਸਰੀ ਗੱਲ, no sin is too great to be forgiven. ਕੋਈ ਵੀ ਪਾਪ ਐਡਾ ਵੱਡਾ ਨਹੀਂ ਹੈਗਾ ਕਿ ਪਰਮੇਸ਼ਰ ਨੂੰ ਨਾ ਮਾਫ ਕਰ ਸਕੇ। Your sin, no matter how great, can be forgiven. ਤੁਹਾਡਾ ਪਾਪ ਜਿੰਨਾ ਮਰਜੀ ਵੱਡਾ ਹੋਵੇ, ਜਿੰਨਾ ਮਰਜੀ ਵੱਡਾ ਸੀ ਪਾਪ ਕੀਤਾ ਹੋਵੇ, ਪਰਮੇਸ਼ਰ ਤੁਹਾਡਾ ਪਾਪ ਮਾਫ ਕਰ If you ਸਕਦਾ। truly repent and have faith in Christ that He died for you, ਜੇ ਤੁਸੀਂ ਸੱਚੀ ਮੁੱਚੀ ਤੌਬਾ ਕਰਦੇ ਹੈਗੇ ਆ, ਦਿਲੋਂ ਮੰਨਦੇ ਆ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪਾਂ ਦੇ ਲਈ ਸਲੀਬ ਤੇ ਚੜ੍ਹ ਕੇ ਮਰ ਗਿਆ, and nothing you have done
ਔਰ ਕੁਝ ਵੀ ਨਹੀਂ ਜੇ ਉਸ ਕੀਤਾ can put you beyond the reach of God's grace. ਕੋਈ ਵੀ ਤੁਹਾਡਾ ਪਾਪ ਜਿਹੜਾ ਤੁਸੀਂ ਕੀਤਾ ਹੈਗਾ ਉਹ ਤੁਹਾਨੂੰ ਪਰਮੇਸ਼ਰ ਦੀ ਪਕੜ ਤੋਂ ਬਾਹਰ ਨਹੀਂ ਰੱਖ ਸਕਦਾ Nothing. ਕੁਝ ਵੀ ਕੋਈ ਵੀ ਪਾਪ ਨਹੀਂ And thirdly, ਤੀਸਰੀ ਗੱਲ finally, ਆਖਰ ਦੇ there is ਵਿੱਚ good news for all of us. ਸਾਡੇ ਸਾਰਿਆਂ ਦੇ ਲਈ ਖੁਸ਼ਖਬਰੀ ਹੈਗੀ ਆ God has paid the debt for us. ਪਰਮੇਸ਼ਵਰ ਨੇ ਸਾਡੇ ਪਾਪ ਦਾ ਕਰਜ਼ਾ ਚੁਕਾਤਾ When God said, I forgive you of your sins, ਜਦੋਂ ਪ੍ਰਭੂ ਨੇ ਕਹਿਤਾ ਸਾਨੂੰ ਕਿ ਮੈਂ ਤੁਹਾਡਾ ਪਾਪ ਮਾਫ ਕਰ ਦਿੱਤਾ it cost him something. ਉਹਦੇ ਬਦਲੇ ਪਰਮੇਸ਼ਰ ਨੂੰ ਪ੍ਰਭੂ ਯੀਸ਼ੂ ਮਸੀਹ ਨੂੰ ਵੱਡੀ ਕੀਮਤ ਚੁਕਾਉਣੀ ਪਈ There had to be that death on that cross, ਸਲੀਬ ਤੇ ਮਰਨਾ ਪ੍ਰਭੂ ਦਾ ਜ਼ਰੂਰ ਸੀਗਾ the burial and the resurrection. ਦਫਨਾਇਆ ਜਾਣਾ ਔਰ ਜੀ ਉੱਠਣਾ That price had to be paid. ਉਹ ਕੀਮਤ ਤੇ ਚੁਕਾਉਣੀ ਪੈਣੀ ਸੀ ਕਿਸੇ ਨੂੰ But now that it's been paid, ਪਰ ਹੁਣ ਕੀਮਤ ਚੁਕਾਈ ਜਾ ਚੁੱਕੀ ਆ it's available to us all. ਹੁਣ ਸਾਡੇ ਸਾਰਿਆਂ ਦੇ ਲਈ ਮੁਕਤੀ ਜਿਹੜੀ ਹੈਗੀ ਆ ਬਖਸ਼ੀ ਜਾਂਦੀ ਆ So today, God's forgiveness is available to you. ਅੱਜ ਪਰਮੇਸ਼ਰ ਦੀ ਮਾਫੀ ਤੁਹਾਡੇ ਲਈ ਹੈਗੀ ਆ The question is, ਸਵਾਲ ਇਹ ਹੈਗਾ will you trust him with your life? ਕਿ ਕੀ ਤੁਸੀਂ ਆਪਣੀ ਜ਼ਿੰਦਗੀ ਪ੍ਰਭੂ ਦੇ ਸਪੁਰਦ ਕਰੋਗੇ Will you truly give yourself to him as he has given himself to you? ਕਿ ਤੁਸੀਂ ਆਪਣੇ ਆਪ ਨੂੰ ਪੂਰੇ ਦੇ ਪੂਰੇ ਪ੍ਰਭੂ ਨੂੰ ਦਿਓਗੇ ਜਿਸ ਤਰ੍ਹਾਂ ਪ੍ਰਭੂ ਨੇ ਆਪਣੇ ਆਪ ਨੂੰ ਪੂਰੇ ਦਾ ਪੂਰਾ ਸਾਡੇ ਲਈ ਦਿੱਤਾ Brother and sister, ਭਰਾਵੋ ਭੈਣੋ I became saved around the age of 18, 18 ਸਾਲ ਦੀ ਉਮਰ 'ਚ ਜੌਨ ਨੇ ਤੌਬਾ ਕੀਤੀ ਆ and I got baptized in 2018 with my wife Jas. 2018 ਦੇ ਵਿੱਚ ਜੈਜ਼ ਯਾਨੀ ਆਪਣੀ ਪਤਨੀ ਦੇ ਨਾਲ ਇਹਨਾਂ ਨੇ ਬਪਤਿਸਮਾ ਲਿਆ I shared my testimony where I shared how before I was a believer, I lived a very sinful and hidden life. ਮੈਂ ਆਪਣੀ ਗਵਾਹੀ ਦੇ ਚੁੱਕਿਆ ਹੈਗਾ ਕਿ ਪ੍ਰਭੂ ਦੇ ਕੋਲ ਆਉਣ ਤੋਂ ਪਹਿਲਾਂ ਮੈਂ ਇੱਕ ਬਹੁਤ ਪਾਪ ਭਰੀ ਜ਼ਿੰਦਗੀ ਗੁਜ਼ਾਰਦਾ ਸੀਗਾ And if I could tell you the life I was living before, ਜੇ ਮੈਂ ਤੁਹਾਨੂੰ ਦੱਸ ਸਕਾਂ ਕਿ ਮੈਂ ਕਿੱਦਾਂ ਦੀ ਜ਼ਿੰਦਗੀ ਗੁਜ਼ਾਰਦਾ ਸੀਗਾ you would be so shocked. ਤੁਸੀਂ ਹੈਰਾਨ ਹੋਵੋਗੇ But God worked in my heart. ਪਰ ਪ੍ਰਭੂ ਨੇ ਮੇਰੇ ਦਿਲ 'ਚ ਕੰਮ ਕੀਤਾ And I came to the Lord in forgiveness. ਮੈਂ ਤੌਬਾ ਦੇ ਵਿੱਚ ਪ੍ਰਭੂ ਦੇ ਕੋਲ ਆਇਆ And he has forgiven me of my sins. ਪ੍ਰਭੂ ਨੇ ਮੇਰੇ ਪਾਪ ਮਾਫ ਕੀਤੇ And just as he's worked in me, ਜਿੱਦਾਂ ਪ੍ਰਭੂ ਨੇ ਮੇਰੇ ਅੰਦਰ ਕੰਮ ਕੀਤਾ he can work in you today. ਤੁਹਾਡੇ ਅੰਦਰ ਵੀ ਕੰਮ ਕਰ ਸਕਦੇ ਅੱਜ And so I urge you this morning, ਮੈਂ ਤੁਹਾਡੇ ਅੱਗੇ ਮਿਹਨਤ ਕਰਦਾ if you haven't done so already, ਜੇ ਤੁਸੀਂ ਨਹੀਂ ਕੀਤਾ ਹੁਣ ਤੱਕ to take action and turn away from your sins, ਕੁਝ ਕਰੋ ਆਪਣੇ ਆਪ ਨੂੰ ਆਪਣੇ ਪਾਪਾਂ ਤੋਂ ਮੋੜੋ to commit yourself completely, just as this woman did in this passage. ਜਿਸ ਤਰ੍ਹਾਂ ਇਸ ਔਰਤ ਨੇ ਕੀਤਾ ਤੁਸੀਂ ਵੀ ਆਪਣੇ ਆਪ ਨੂੰ ਪੂਰੇ ਦੇ ਪੂਰੇ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਆਪ ਨੂੰ ਅਰਪਣ ਕਰੋ Jesus Christ invites you to come to him. ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਸੱਦਾ ਦਿੰਦੇ ਆ ਪ੍ਰਭੂ ਕਹਿੰਦੇ ਕਿ ਮੇਰੇ ਕੋਲ ਆਓ He invites you into his home today, ਪ੍ਰਭੂ ਤੁਹਾਨੂੰ ਆਪਣੇ ਘਰ ਦੇ ਵਿੱਚ ਸੱਦਦੇ ਆ ਕਿ ਮੇਰੇ ਘਰ ਚ ਆਓ into his kingdom. ਉਹਦੇ ਰਾਜ ਦੇ ਵਿੱਚ Come home to Jesus, ਪ੍ਰਭੂ ਦੇ ਘਰ ਆਓ the forgiving Savior. ਉਹ ਮਾਫ ਕਰਨ ਵਾਲਾ ਪਰਮੇਸ਼ਰ ਮੁਕਤੀ ਦਾਤਾ Amen. ਆਮੀਨ We will now have our last song, ਹੁਣ ਅਸੀਂ ਆਪਣਾ ਅਖੀਰਲਾ ਗੀਤ ਗਾਵਾਂਗੇ and after that, we will close in prayer. ਉਸ ਤੋਂ ਬਾਅਦ ਅਸੀਂ ਪ੍ਰਾਰਥਨਾ ਦੇ ਵਿੱਚ ਮੀਟਿੰਗ ਬੰਦ ਕਰਾਂਗੇ दुखी पुरुष कैसा नाम किसने कैसा दिया नाम उसने किया प्राण का काम हालेलुया कैसा त्राता मेरे पापी लाज और भार सब उठा के खाई मार लहू से किया उद्धार हालेलुया कैसा त्राता हम सब पापी मन मानी
Dear Father, ਸਵਰਗੀ ਪਿਤਾ, we thank you for your word this morning. ਅੱਜ ਸਵੇਰ ਤੁਹਾਡੇ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। We pray that it may challenge us and encourage us and bless us. ਪ੍ਰਾਰਥਨਾ ਕਰਦੇ ਹਾਂ ਪ੍ਰਭੂ ਤੁਹਾਡਾ ਵਚਨ ਸਾਨੂੰ ਚੁਣੌਤੀ ਦੇਵੇ, ਬਰਕਤ ਦੇਵੇ। Lord, we pray for those who don't know you, ਪ੍ਰਭੂ ਉਹਨਾਂ ਲਈ ਪ੍ਰਾਰਥਨਾ ਕਰਦੇ ਜਿਹੜੇ ਤੁਹਾਨੂੰ ਨਹੀਂ ਜਾਣਦੇ, those living in sin and in darkness. ਜਿਹੜੇ ਹਜੇ ਵੀ ਪਾਪ 'ਚ ਹੈਗੇ, ਹਨੇਰੇ 'ਚ ਹੈਗੇ ਆ। We pray that you may work in their hearts, ਤੁਸੀਂ ਪ੍ਰਭੂ ਉਹਨਾਂ ਦੇ ਦਿਲਾਂ 'ਚ ਕੰਮ ਕਰੋ, that you may soften their hearts and see that they may feel the need of a Savior in their life. ਪ੍ਰਭੂ ਉਹਨਾਂ ਦੇ ਦਿਲਾਂ ਨੂੰ ਨਰਮ ਕਰੋ ਤਾਂ ਕਿ ਉਹ ਵੀ ਦੇਖ ਸਕਣ ਕਿ ਸਾਨੂੰ ਇੱਕ ਮੁਕਤੀ ਦਾਤਾ ਦੀ ਲੋੜ ਹੈ ਕਿ ਆਪਣੀ ਜ਼ਿੰਦਗੀ ਵਿੱਚ। We pray you may continue to keep us safe, Lord, ਪ੍ਰਭੂ ਸਾਨੂੰ ਸੁਰੱਖਿਤ ਰੱਖੋ, especially during this time where transmissions are really high. ਖਾਸ ਕਰ ਜਿੱਥੇ ਅੱਜ ਬਿਮਾਰੀ ਦਾ ਪ੍ਰਭੂ ਬਹੁਤ ਵਧੀ ਹੈਗੀ ਆ। Pray for your hand and protection in our lives. ਤੁਹਾਡੀ ਸੁਰੱਖਿਆ ਦਾ ਹੱਥ ਪ੍ਰਭੂ ਜੀ ਤੁਹਾਡੇ ਬੱਚਿਆਂ ਤੇ And that we ਹੋਵੇ। pray that we may continue to be obedient to you and to your word. ਅਸੀਂ ਤੁਹਾਡੇ ਔਰ ਤੁਹਾਡੇ ਬੱਚਿਆਂ ਦੇ ਪ੍ਰਤੀ ਅਸੀਂ ਵਫਾਦਾਰ ਹੋ ਸਕੀਏ। And we ask these things ਇਹ ਸਭ ਕੁਝ ਮੰਗਦੇ in ਹਾਂ your precious name. ਤੁਹਾਡੇ ਪਿਆਰੇ ਨਾਮ ਦੇ ਵਿੱਚ। Amen. ਆਮੀਨ। Thank you for listening to this message. For further information, visit www.emmanuelhansworth.org.uk.